ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈ ਤੋ ਦ੍ਰਿੜਿਓ ਨਾਮ ਅਪਾਰ, ਬਿਮਲ ਜਾਸ ਬਿਥਾਰ। ਸਾਧਕ ਸਿੱਧ ਸੋ ਜਾਨ ਜੀਆਂ ਕੋ ਆਧਾਰ। ਤੂੰ ਤਾ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ। ਰਹਿ ਜਗਤਰ ਜਲ ਪਦਮ ਵਿਚਾਰ, ਕਲ ਪੱਤਰ ਰੋਗ ਬਿਦਾਰ। ਸੰਸਾਰ ਤਾਪ ਨਿਵਾਰ, ਆਤਮਾ ਤ੍ਰਿਵਿਧ ਤੇਰਾ ਏਕ ਲਿਵਤਾਰ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਸੁਖਾਓ ਹੋਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਦੂਜਾ। ਜਿਨੀ ਚੱਲਣ ਜਾਣਿਆ, ਸੇ ਕਿਉ ਕਰੈ ਵਿਥਾਰ। ਚੱਲਣ ਸਾਰ ਨਾ ਜਾਣਣੀ, ਕਾਜ ਸਵਾਰਨ ਹਾਰ। ਮਹਲਾ ਦੂਜਾ। ਰਾਤ
ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਜਿਨੇ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਚਵਰ ਤਖਤ ਸਿੰਘਾਸਨ ਤੇ ਬਿਰਾਜਮਾਨ ਸ਼ਬਦਾ ਅਵਤਾਰ 10 ਪਾਤਸ਼ਾਹੀਆਂ ਦੇ ਹਿਰਦਾ ਸਰੂਪ ਏ ਪਵਿੱਤਰ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਇਸ ਵੇਲੇ ਆਪਾਂ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਪ੍ਰਾਪਤ ਹੋਏ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾ ਲਈਏ। ਗੁਰੂ ਚਰਨਾਂ ਦੇ ਅੰਦਰ ਜੋ ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਦੂਜਾ। ਇਹ ਜੋ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਹੈ, ਇਹ ਮਹੱਲਾ ਦੂਜਾ ਦੇ ਅੰਦਰ ਹੈ। ਮਹੱਲਾ ਨਾਮ ਸਰੂਪ ਦਾ ਹੈ ਅਤੇ ਦੂਜਾ ਸਰੂਪ ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਹੈ। ਇਹ ਜੋ ਆਪਾਂ ਸ਼ਲੋਕ ਸਰਵਨ ਕਰਨ ਜਾ ਰਹੇ ਹਾਂ, ਇਹ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਥੋੜ੍ਹੇ ਸ਼ਬਦ ਨੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ। ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਹਰ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਦੀ ਯਾਦ ਵਿੱਚ ਜੁੜੇ ਰਹਿੰਦੇ। ਬਹੁਤ ਘੱਟ ਬਚਨ ਆਪਣੇ ਜੀਵਨ ਕਾਲ ਦੇ ਵਿੱਚ ਵੀ ਮਹਾਰਾਜ ਬਹੁਤ ਘੱਟ ਬਚਨ ਕਰਿਆ ਕਰਦੇ ਔਰ ਬੜੇ ਗੰਭੀਰ ਰਿਹਾ ਕਰਦੇ ਮਹਾਰਾਜ ਸਾਹਿਬ ਜੀ। ਜਦੋਂ ਖਡੂਰ ਸਾਹਿਬ ਦੇ ਖਹਿਰੇ ਜੱਟਾਂ ਨੇ ਬਚਨ ਆਖਿਆ ਨਾ, ਮਹਾਰਾਜ ਆਪ ਜੀ ਖਡੂਰ ਛੱਡ ਕੇ ਚਲੇ ਜਾਓ ਤੇ ਮੀਂਹ ਪੈ ਜਾਏਗਾ, ਸਾਡੀਆਂ ਖੇਤੀਆਂ ਹਰੀਆਂ ਹੋ ਜਾਣਗੀਆਂ। ਮਹਾਰਾਜ ਇੰਨੇ ਗੰਭੀਰ ਨੇ, ਕਿਸੇ ਤਰ੍ਹਾਂ ਦਾ ਕੋਈ ਉੱਚਾ ਨੀਵਾਂ ਬਚਨ ਨਹੀਂ ਕੀਤਾ। ਸੁਭਾਵਿਕ ਹੀ ਮੁਖੋਂ ਆਖਿਆ, ਕਹਿਣ ਲੱਗੇ ਭਾਈ ਜਿਵੇਂ ਤੁਹਾਡੀ ਮੌਜ ਹੈ, ਜਿੱਥੇ ਸਾਨੂੰ ਛੱਡਣਾ ਚਾਹੁੰਦੇ ਹੋ ਸਾਡਾ ਪਲੰਘਾ ਚੁੱਕ ਕੇ ਉੱਥੇ ਛੱਡਿਆ। ਬਸ ਇੰਨਾ ਹੀ ਬਚਨ ਕੀਤਾ ਔਰ ਉਹਨਾਂ ਨੇ ਮਹਾਰਾਜ ਦਾ ਪਲੰਘਾ ਚੁੱਕਿਆ ਤੇ ਬਾਹਰ ਜੰਗਲ ਵਿੱਚ ਜਾ ਕੇ ਦੂਰ ਜਾ ਕੇ ਨਗਰ ਤੋਂ ਛੱਡ ਆਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੜੇ ਗੰਭੀਰ ਨੇ, ਬਹੁਤ ਘੱਟ ਬਚਨ ਆਪਣੇ ਮੁਖ ਤੋਂ ਮਹਾਰਾਜ ਕਰਦੇ। ਹਰ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਸਿਮਰਨ ਵਿੱਚ ਜੁੜੇ ਰਹਿੰਦੇ। ਐਸੇ ਨੇ ਮਹਾਰਾਜ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ। ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਜਿਨੇ ਚੱਲਣ ਜਾਣਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੇ ਸੰਸਾਰ ਤੋਂ ਚਲੇ ਜਾਣ ਨੂੰ ਜਾਣ ਲਿਆ ਹੈ, ਜਿਨ੍ਹਾਂ ਨੂੰ ਇਹ ਮੱਤ ਆ ਗਈ ਹੈ ਵੀ ਦੁਨੀਆ ਤੋਂ ਚਲੇ ਜਾਣਾ ਹੈ। ਗੁਰਮੁਖੋ, ਦੁਨੀਆ ਤੋਂ ਤੇ ਆਪਾਂ ਸਾਰਿਆਂ ਨੇ ਜਾਣਾ ਹੈ। ਕੋਈ ਇਸ ਤਰ੍ਹਾਂ ਦਾ ਹੈ ਨਹੀਂ ਜਿਹੜਾ ਦੁਨੀਆ ਤੇ ਰਵੇ। ਪਰ ਸਾਡੇ ਮਨ ਵਿੱਚ ਇਹ ਵਿਚਾਰ ਹੈ ਵੀ ਮੈਂ ਹਾਲੇ ਬਹੁਤ ਲੰਮਾ ਸਮਾਂ ਰਹਿਣਾ ਹੈ। ਪਤਾ ਤੇ ਵੈਸੇ ਇੱਕ ਦਮ ਦਾ ਨਹੀਂ ਹੈ, ਇੱਕ ਸਾਹ ਦਾ ਨਹੀਂ ਵੀ ਆਉਣਾ ਇੱਕ ਨਹੀਂ ਆਉਣਾ, ਪਰ ਅਸੀਂ ਇੱਕ ਲੰਮੀ ਤਾਣੀ ਬੈਠੇ ਹਾਂ ਕਿ ਮੈਂ ਅਜੇ ਬਹੁਤ ਸਮਾਂ ਹੋਰ ਜਿਉਣਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਮੈਨੂੰ ਮੌਤ ਨਹੀਂ ਆਉਣੀ, ਸਾਰੀ ਦੁਨੀਆ ਭਾਵੇਂ ਚਲੇ ਜਾਵੇ। ਪਰ ਮਹਾਰਾਜ ਕਹਿਣ ਲੱਗੇ, ਕੁਝ ਗੁਰਮੁਖ ਹੋ ਨੇ ਜਿਨੀ ਚੱਲਣ ਜਾਣਿਆ, ਜਿਨ੍ਹਾਂ ਨੇ ਮਨ ਕਰਕੇ ਬਚਨ ਜਾਣ ਲਿਆ ਕਿ ਭਾਈ ਮੈਂ ਵੀ ਚਲੇ ਜਾਣਾ ਹੈ, ਸੰਸਾਰ ਤੋਂ ਰਹਿਣਾ ਨਹੀਂ। ਰਹਿਣਾ ਤੇ ਗੁਰਮੁਖੋ ਕਿਸੇ ਨੇ ਵੀ ਨਹੀਂ ਹੈ, ਪਰ ਅਸੀਂ ਮਨ ਕਰਕੇ ਨਹੀਂ ਮੰਨਣ ਨੂੰ ਤਿਆਰ ਵੀ ਮੈਂ ਨਹੀਂ ਰਹਿਣਾ।
ਪਰ ਜਿਹੜੇ ਗੁਰਮੁਖ ਨੇ ਨਾ ਰੱਬ ਦੇ ਪਿਆਰੇ, ਉਹ ਮਨ ਕਰਕੇ ਵੀ ਇਹ ਬਚਨ ਮੰਨ ਲੈਂਦੇ ਕਿ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ। ਜਿਹੜੇ ਮਨ ਕਰਕੇ ਮੰਨ ਲੈਂਦੇ, ਮਹਾਰਾਜ ਫਰਮਾਉਂਦੇ ਹਨ, ਸੇ ਕਿਉ ਕਰੈ ਵਿਥਾਰ, ਉਹ ਦੁਨੀਆ ਦੇ ਵਿਸਥਾਰ ਵਿੱਚ ਨਹੀਂ ਪੈਂਦੇ। ਆਪਾਂ ਪੈਂਦੇ ਆ ਨਾ, ਆਪਣੇ ਕੋਲ ਇੱਕ ਘਰ ਹੋਵੇ, ਆਪਾਂ ਆਖਦੇ ਦੂਜਾ ਵੀ ਬਣਾ ਹੀ ਲਈਏ। ਛੋਟਾ ਘਰ ਹੋਵੇ ਤੇ ਕਹੀਦਾ ਵੱਡਾ ਬਣਾ ਲਈਏ। ਆਪਾਂ ਵਿਸਥਾਰ ਕਰਦੇ ਪਏ। ਥੋੜੀ ਜ਼ਮੀਨ ਆਖੀਦਾ ਬਹੁਤੀ ਬਣਾ ਲਈਏ। ਇੱਕ ਦੁਕਾਨ ਹੈ ਕੋਲ, ਆਖੀਦਾ ਦੂਜੀ ਦੁਕਾਨ ਵੀ ਬਣ ਹੀ ਜਾਵੇ। ਅਸੀਂ ਇਹ ਗੱਲ ਕਹਿੰਦੇ ਜ਼ਰੂਰ ਹਾਂ ਕਿ ਦੁਨੀਆ ਤੋਂ ਚਲੇ ਜਾਣਾ ਹੈ, ਪਰ ਮਨ ਕਰਕੇ ਨਹੀਂ ਇਹ ਬਚਨ ਮੰਨਦੇ। ਤਾਂ ਅਸੀਂ ਦੁਨੀਆ ਦੇ ਵਿਸਥਾਰ ਵਿੱਚ ਪਏ ਹਾਂ, ਬਨਾਵਟ ਵਿੱਚ ਪਏ ਹੋਏ। ਪਰ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੇ ਮਨ ਕਰਕੇ ਬਚਨ ਮੰਨ ਲਿਆ ਨਾ, ਸਿਉ ਕਿਉਂ ਕਰੇ ਵਿਥਾਰ, ਉਹ ਫਿਰ ਬਹੁਤੇ ਵਿਸਥਾਰ ਵਾਸਤੇ ਨਹੀਂ ਪੈਂਦੇ ਵੀ ਆਹ ਵੀ ਬਣਾ ਲਈਏ, ਆਹ ਵੀ ਬਣਾ ਲਈਏ। ਮਹਾਰਾਜ ਕਹਿਣ ਲੱਗੇ, ਭਾਈ ਬਚਨ ਇਹ ਹੈ ਸਮਝਣ ਵਾਸਤੇ ਕਿ ਸੰਸਾਰ ਦੇ ਵਿੱਚ ਇੱਕ ਰਿਖੀ ਹੋਇਆ, ਨਾਮ ਹੈ ਮਾਰਕੰਡਾ। ਮਾਰਕੰਡੇ ਰਿਖੀ ਨੇ ਸਾਰੀ ਉਮਰਾ ਜਿਹੜੀ ਆ ਕੱਖਾਂ ਦੀ ਛੰਨ ਥੱਲੇ ਬੈਠ ਕੇ ਗੁਜ਼ਾਰ ਦਿੱਤੀ। ਮਾਰਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਾਰ ਮੂੰਡ ਬੁਲਾਏ। ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ। ਕਿਸੇ ਸ਼ਾਹੂਕਾਰ ਨੇ ਬੜਾ ਮਹੱਲ ਬਣਾ ਲਿਆ ਨਾ, ਨਾਮਦੇਵ ਦੀ ਛਪਰੀ ਭੰਨ ਦਿੱਤੀ, ਤੋੜ ਦਿੱਤੀ। ਨਾਮਦੇਵ ਜੀ ਕਹਿਣ ਲੱਗੇ, ਸ਼ਾਹੂਕਾਰ ਤੇਰੀ ਮੇਰੀ ਜ਼ਿੰਦਗੀ ਤੇ ਕੁਝ ਸਾਲਾਂ ਦੀ ਹੈ, ਚਲੇ ਜਾਣਾ, ਮਹੱਲ ਤੂੰ ਬਣਾਇਆ। ਪਰ ਇਸ ਦੁਨੀਆ ਵਿੱਚ ਇੱਕ ਮਾਰਕੰਡੇ ਨਾਮ ਦਾ ਰਿਖੀ ਹੋਇਆ, ਉਮਰਾ ਬੜੀ ਲੰਮੀ ਰੱਬ ਨੇ ਦਿੱਤੀ, ਪਰ ਉਹ ਵਿਸਥਾਰ ਵਿੱਚ ਨਹੀਂ ਪਿਆ ਵੀ ਮਹਿਲ ਬਣਾ ਲਵਾਂ। ਇੱਕ ਅੱਖਾਂ ਦੀ ਛੰਨ ਵਿੱਚ ਬੈਠਾ ਬੰਦਗੀ ਕਰਦਾ ਰਿਹਾ, ਬੰਦਗੀ ਕਰਦਾ ਰਿਹਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੇ ਮਨ ਕਰਕੇ ਮੰਨ ਲੈਂਦੇ ਦੁਨੀਆ ਤੋਂ ਜਾਣਾ, ਉਹ ਵਿਸਥਾਰ ਵਿੱਚ ਨਹੀਂ ਪੈਂਦੇ, ਫਲਾਅ ਵਿੱਚ ਨਹੀਂ ਪੈਂਦੇ, ਫਲਾਵਟ ਵਿੱਚ ਨਹੀਂ ਆਉਂਦੇ ਵੀ ਆਹ ਵੀ ਕਰ ਲਈਏ, ਇਸ ਕੰਮ ਨੂੰ ਵੀ ਬਣਾ ਲਈਏ। ਉਹ ਪ੍ਰਮਾਤਮਾ ਦੀ ਬੰਦਗੀ ਵਾਲੇ ਪਾਸੇ ਲੱਗਦੇ ਹਨ। ਚੱਲਣ ਸਾਰ ਨਾ ਜਾਣਨੀ। ਪਰ ਗੁਰਮੁਖੋ, ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਦੁਨੀਆ ਤੋਂ ਚਲੇ ਜਾਣ ਦੀ ਸਾਰ ਹੀ ਨਹੀਂ ਹੈ, ਗਿਆਨ ਹੀ ਨਹੀਂ ਹੈ ਵੀ ਜਾਣਾ ਵੀ ਹੈ। ਰਾਤ ਨੂੰ ਕੰਮ ਕਰਦਾ ਕਰਦਾ ਸੌਂ ਜਾਂਦਾ ਹੈ, ਆਖਦਾ ਸਵੇਰੇ ਮੈਂ ਇਹ ਕਰਾਂਗਾ। ਸਵੇਰ ਚੜ੍ਹਦੀ ਹੈ, ਸਾਰਾ ਦਿਨ ਕੰਮ ਕਰਦਾ, ਆਖਦਾ ਕੱਲ੍ਹ ਨੂੰ ਇਹ ਕਰਾਂਗਾ, ਅਗਲੇ ਮਹੀਨੇ ਇਹ ਵੀ ਕਰ ਲਵਾਂਗਾ, ਅਗਲੇ ਸਾਲ ਇਹ ਕਰ ਲਵਾਂਗਾ। ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਕੱਲ੍ਹ ਦੀ ਸਵੇਰ ਮਿਲਣੀ ਹੈ ਕਿ ਨਹੀਂ ਮਿਲਣੀ, ਕੱਲ੍ਹ ਦਾ ਦਿਨ ਮਿਲਣਾ ਹੈ ਕਿ ਨਹੀਂ ਮਿਲਣਾ, ਚੱਲਣ ਸਾਰ ਨਾ ਜਾਣੀ। ਜਿਹੜੇ ਦੁਨੀਆ ਤੋਂ ਚਲੇ ਜਾਣ ਦੀ ਸਾਰ ਨੂੰ, ਖਬਰ ਨੂੰ ਨਹੀਂ ਜਾਣਦੇ ਵੀ ਮੈਂ ਵੀ ਦੁਨੀਆ ਤੋਂ ਜਾਣਾ ਹੈ। ਕਾਜ ਸਵਾਰਨ ਹਾਰ, ਉਹ ਦੁਨੀਆ ਦੇ ਲੋਕ ਦੁਨੀਆ ਦੇ ਕੰਮ ਸਵਾਰਨ ਵਿੱਚ ਲੱਗੇ ਹੋਏ। ਕੱਲ ਮੈਂ ਆਹ ਕੰਮ ਸਵਾਰਿਆ ਹੈ, ਅੱਜ ਮੈਂ ਆਹ ਕੰਮ ਬਣਾ ਲਵਾਂਗਾ, ਕੱਲ ਨੂੰ ਫਿਰ ਮੈਂ ਅਗਲਾ ਕੰਮ ਬਣਾ ਲਵਾਂਗਾ। ਸਾਰੀ ਜ਼ਿੰਦਗੀ ਕੰਮ ਸਵਾਰਦਿਆਂ ਸਵਾਰਦਿਆਂ ਇੱਕ ਦਿਨ ਉਹ ਸਮਾਂ ਆ ਜਾਂਦਾ, ਆਪ ਦੁਨੀਆ ਤੋਂ ਚਲੇ ਜਾਂਦਾ, ਕੰਮ ਅਧੂਰੇ ਦੁਨੀਆ ਵਿੱਚ ਰਹਿ ਜਾਂਦੇ। ਕਿਨਹੀ ਨਾ ਕੀਏ ਮਾਇਆ ਕਾਜ ਪੂਰੇ। ਮਹਾਰਾਜ ਕਹਿਣ ਲੱਗੇ, ਜਿਹੜੇ ਕੰਮ ਤੂੰ ਪਦਾਰਥ ਨਾਲ, ਧਨ ਦੇ ਨਾਲ ਕਰਨਾ, ਇਹ ਧਨ ਹੈ ਹੀ ਚੰਦਰਾ ਇਹੋ ਜਿਹਾ। ਦੁਨੀਆ ਤੇ ਕਦੇ ਕਿਸੇ ਦਾ ਕੰਮ ਕੋਈ ਮੁਕੰਮਲ ਨਹੀਂ ਹੋਇਆ ਹੈ। ਜਦੋਂ ਕੋਈ ਬੰਦਾ ਮਰ ਜਾਂਦਾ, ਆਖਦੇ ਇਹ ਪੂਰਾ ਹੋ ਗਿਆ ਹੈ। ਕੰਮ ਕਰਨ ਵਾਲਾ ਪੂਰਾ ਹੋ ਗਿਆ, ਪਰ ਕੰਮ ਨਹੀਂ ਉਹਦੇ ਪੂਰੇ ਹੋਏ। ਉਹ ਪੁੱਤਰਾਂ ਨੂੰ ਵੀ ਕਰਨੇ ਪੈਣਗੇ, ਪੋਤਰਿਆਂ ਨੂੰ ਵੀ ਅੱਗੇ ਨਿਭਾਉਣੇ ਪੈਣਗੇ। ਸਾਡੇ ਬਾਪੂ ਦੀ ਇਹ ਇੱਛਾ ਸੀ, ਉਹ ਇਹ ਕੰਮ ਕਰਨਾ ਚਾਹੁੰਦਾ ਸੀ, ਪਰ ਕਰ ਨਹੀਂ ਸਕਿਆ, ਉਹ ਅਸੀਂ ਕਰਾਂਗੇ, ਉਹਦੀ ਆਖਰੀ ਇੱਛਾ ਪੂਰੀ ਕਰਾਂਗੇ। ਪੁੱਤ ਪੋਤਰਿਆਂ ਵਾਸਤੇ ਚੰਗਾ ਘਰ ਵੇਖ ਕੇ ਆਉਂਦਾ ਹੈ, ਇੱਥੇ ਮੈਂ ਰਿਸ਼ਤਾ ਕਰਾਂਗਾ, ਜਾਂ ਕਰ ਦਿੱਤਾ ਹੈ, ਪਰ ਰਿਸ਼ਤਾ ਤੇ ਕਰ ਦਿੱਤਾ, ਪਰ ਵਿਆਹ ਵੇਖਣ ਦਾ ਸਮਾਂ ਨਹੀਂ ਮਿਲਿਆ, ਵੇਖ ਨਹੀਂ ਸਕਿਆ। ਮਹਾਰਾਜ ਕਹਿਣ ਲੱਗੇ, ਸੰਸਾਰੀ ਲੋਕ ਜਿਨ੍ਹਾਂ ਨੂੰ ਚੱਲਣ ਦੀ ਖਬਰ ਨਹੀਂ ਹੈ, ਉਹ ਕਾਜ ਸਵਾਰਨ ਵਾਸਤੇ ਲੱਗੇ ਹੋਏ ਕਿ ਆਹ ਵੀ ਕੰਮ ਸਵਾਰ ਲਈਏ। ਕੰਮ ਸਵਾਰਦਿਆਂ ਸਵਾਰਦਿਆਂ ਉਮਰਾਂ ਲੰਘ ਜਾਂਦੀ ਹੈ, ਆਪ ਪੂਰਾ ਹੋ ਜਾਂਦਾ, ਪਰ ਇਸ ਦੇ ਕੀਤੇ ਹੋਏ ਕੰਮ ਜੋ ਨੇ ਉਹ ਪੂਰੇ ਨਹੀਂ ਹੁੰਦੇ ਹਨ। ਦੂਜਾ ਰਾਤ ਕਾਰਨ ਧਨ ਸੰਚੀਐ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਿਸੇ ਵਿਅਕਤੀ ਨੂੰ ਇੱਕ ਰਾਤ ਮਿਲ ਜਾਵੇ ਕਿ ਤੂੰ ਭਾਈ ਫਲਾਣੇ ਸ਼ਹਿਰ ਵਿੱਚ ਇੱਕ ਰਾਤ ਰਹਿਣਾ ਹੈ, ਉਹ ਉਸ ਸ਼ਹਿਰ ਵਿੱਚ ਚਲਾ ਜਾਵੇ,
ਉੱਥੇ ਜਾ ਕੇ ਉਹ ਵਸਤੂਆਂ ਇਕੱਠੀਆਂ ਕਰਨ ਲੱਗ ਪਵੇ। ਮੈਂ ਪਲੰਘ ਵੀ ਲੈ ਆਵਾਂ, ਮੈਂ ਫਰਿੱਜ ਵੀ ਲੈ ਆਵਾਂ, ਮੈਂ ਅਲਮਾਰੀ ਵੀ ਲੈ ਆਵਾਂ, ਮੈਂ ਬੈੱਡ ਵੀ ਲੈ ਆਵਾਂ, ਸਾਰਾ ਕੁਝ ਹੀ ਇਕੱਠਾ ਕਰ ਲਵੇ। ਇੱਕ ਰਾਤ ਵਾਸਤੇ ਗਿਆ ਹੈ, ਸਮਾਨ ਸਾਰਾ ਹੀ ਚਾਹੁੰਦਾ ਵੀ ਆਹ ਵੀ ਲੈ ਆਵਾਂ। ਉੱਥੇ ਜਾ ਕੇ ਮਾਇਆ ਦੀ ਵੀ ਕਮਾਈ ਕਰਦਾ ਹੈ ਵੀ ਰਾਤ ਮਿਲੀ ਹੈ, ਸੌਣਾ ਜ਼ਰੂਰ ਹੈ, ਕਿਤੇ ਜਾ ਕੇ ਮੈਂ ਕੰਮ ਹੀ ਕਰ ਲਵਾਂ, ਕੋਈ ਪੈਸੇ ਕਮਾ ਲਵਾਂ। ਪਾਤਸ਼ਾਹ ਕਹਿਣ ਲੱਗੇ ਮਿਲੀ ਤੇ ਇੱਕ ਰਾਤ ਹੈ, ਪਰ ਉਸ ਇੱਕ ਰਾਤ ਵਾਸਤੇ ਵੀ ਇਸ ਨੇ ਘਰ ਬਣਾ ਲਿਆ, ਉਸੇ ਤਰ੍ਹਾਂ ਬੈੱਡ ਬਣਾ ਲਏ, ਹੋਰ ਵਸਤੂਆਂ ਜਿਹੜੀਆਂ ਸੁੱਖ ਦੇਣ ਵਾਲੀਆਂ ਉਹ ਵੀ ਮੰਗਾ ਲਈਆਂ, ਤੇ ਧਨ ਵੀ ਇਕੱਠਾ ਕਰਦਾ ਹੈ। ਭਲਕੇ ਚੱਲਣ ਹੋਏ। ਪਰ ਗੁਰਮੁਖੋ ਭਲਕੇ ਨਾਮ ਹੈ ਦਿਨ ਚੜ੍ਹਨ ਦਾ। ਗੁਰਮੁਖਾ ਕੱਲ ਨੂੰ ਦਿਨ ਚੜ੍ਹਨਾ, ਤੈਨੂੰ ਜਾਣਾ ਪੈਣਾ ਹੈ। ਫਿਰ ਇਹ ਜਿਹੜਾ ਪਲੰਘ ਖਰੀਦ ਕੇ ਲਿਆਇਆ, ਬੈੱਡ ਇਹਦਾ ਕੀ ਕਰੇਗਾ? ਅਲਮਾਰੀ ਫਰਿੱਜ ਬਣਾ ਬੈਠਾ ਰਾਤੋਂ ਰਾਤ, ਇਹ ਨਾਲ ਕਿਵੇਂ ਲੈ ਕੇ ਜਾਵੇਂਗਾ? ਜਿਹੜਾ ਧਨ ਕਮਾ ਲਿਆ ਉਹ ਕਿਵੇਂ ਲਵੇਂਗਾ? ਇੱਕ ਰਾਤ ਵਾਸਤੇ ਮਹਿਮਾਨ ਆਇਆ ਸੀ, ਰਾਤ ਨੂੰ ਵੀ ਜੋੜਨ ਲੱਗ ਪਿਆ ਵੀ ਮਹਿਮਾਨ ਤੇ ਚਲੋ ਮੈਂ ਬਣਿਆ ਹੀ ਆ, ਜੋੜ ਲਵਾਂ ਜੋ ਜੋੜਿਆ ਜਾਂਦਾ ਹੈ। ਪਰ ਗੁਰਮੁਖਾ ਕੱਲ ਨੂੰ ਭਲਕੇ ਤੋਂ ਭਾਵ ਸਵੇਰ ਵੇਲੇ, ਸਵੇਰ ਵੇਲੇ ਤੇਰਾ ਚੱਲਣਾ ਹੋਵੇਗਾ, ਇੱਥੋਂ ਜਾਣਾ ਪੈਣਾ ਹੈ। ਨਾਨਕ ਨਾਲ ਨਾ ਚੱਲਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਰਾਤੋਂ ਰਾਤ ਇਕੱਠਾ ਕੀਤਾ ਨਾ ਸਮਾਨ, ਇਹ ਨਾਲ ਨਹੀਂ ਸਵੇਰੇ ਚੱਲੇਗਾ, ਕਿਉਂਕਿ ਤੇਰੇ ਕੋਲ ਇੰਨਾ ਇੰਤਜ਼ਾਮ ਹੀ ਨਹੀਂ ਹੋਣਾ ਸਾਰਾ ਕੁਝ ਲੈ ਕੇ ਜਾਣ ਵਾਸਤੇ। ਜਦੋਂ ਇਹ ਸਮਾਨ ਨਾਲ ਨਹੀਂ ਜਾਣਾ ਹੈ, ਫਿਰ ਪਛਤਾਵਾ ਹੋਏ। ਫਿਰ ਇਸ ਨੂੰ ਪਛਤਾਪ ਕਰਨਾ ਪਵੇਗਾ। ਮੈਂ ਤੇ ਸਾਰੀ ਰਾਤ ਲਾ ਕੇ ਸਮਾਨ ਬਣਾਇਆ, ਸਮਾਨ ਜੋੜਿਆ, ਸਮਾਨ ਇਕੱਠਾ ਕੀਤਾ, ਧਨ ਕਮਾਇਆ ਹੈ, ਹੁਣ ਮੈਨੂੰ ਸਵੇਰੇ ਜਾਣਾ ਪਿਆ, ਮੇਰੇ ਨਾਲ ਕੁਝ ਜਾ ਹੀ ਨਹੀਂ ਰਿਹਾ, ਮੈਂ ਲੈ ਕੇ ਨਹੀਂ ਜਾ ਸਕਦਾ। ਫਿਰ ਬੰਦਾ ਬੜਾ ਪਛਤਾਉਂਦਾ ਹੈ। ਅਸੀਂ ਕਿਤੇ ਯਾਤਰਾ ਕਰਨ ਵਾਸਤੇ ਜਾਈਏ ਨਾ, ਕੋਈ ਵਧੀਆ ਸਮਾਨ ਬਣਾ ਲਈਏ, ਲੈ ਲਈਏ, ਤੇ ਆਉਣ ਲੱਗਿਆ ਸਾਨੂੰ ਚੇਤਾ ਹੀ ਭੁੱਲ ਜਾਵੇ, ਉੱਥੇ ਹੀ ਪਿਆ ਰਹਿ ਜਾਵੇ। ਅਸੀਂ ਸਾਰਾ ਸਫ਼ਰ ਝੂਰਦੇ ਆਈਦਾ, ਚਿੰਤਾ ਵਿੱਚ, ਫਿਕਰ ਵਿੱਚ ਪੈ ਜਾਈਦਾ। ਇੰਨੀ ਮਿਹਨਤ ਕਰਕੇ ਬਣਵਾਇਆ ਸੀ, ਲਿਆਂਦਾ ਸੀ, ਲੱਭਿਆ ਸੀ, ਪਸੰਦ ਕੀਤਾ ਸੀ, ਪਰ ਉਹ ਤੇ ਉੱਥੇ ਹੀ ਰਹਿ ਗਿਆ। ਉਹ ਜਿਹੜੀ ਪਰੇਸ਼ਾਨੀ ਹੈ ਦਿਮਾਗ ਤੋਂ ਜਾਂਦੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਤੈਨੂੰ ਰਾਤ ਦਾ ਸਮਾਂ ਮਿਲਿਆ, ਤੂੰ ਰਾਤ ਵੀ ਜੋੜਨ ਵਾਸਤੇ ਲੱਗ ਪਿਆ, ਪਰ ਜਦੋਂ ਚੱਲਣਾ ਹੋਵੇਗਾ ਸਵੇਰ ਵੇਲੇ, ਫਿਰ ਤੈਨੂੰ ਪਛਤਾਉਣਾ ਪਵੇਗਾ। ਫਿਰ ਪਛਤਾਤਾਪ ਕਰਦਾ ਹੈ। ਫਿਰ ਮਹਾਰਾਜ ਫਰਮਾਉਂਦੇ ਹਨ, ਰਾਤ ਕਾਰਨ ਧਨ ਸੰਚੀਐ। ਗੁਰਮੁਖੋ ਰਾਤ ਕੀ ਹੈ? ਇਹ ਸਾਡੇ ਜੀਵਨ ਦੀ ਇੱਕ ਰਾਤ ਹੈ। ਜਿਹੜਾ ਆਪਾਂ ਮੰਨੀ ਬੈਠੇ ਆ ਨਾ ਵੀ ਮੇਰੇ ਕੋਲ 50 ਸਾਲ ਉਮਰ ਹੈ, 100 ਸਾਲ ਉਮਰ ਹੈ, ਇਹ ਮੰਨ ਲਾ ਵੀ ਤੇਰੇ ਕੋਲ ਇੱਕ ਰਾਤ ਹੀ ਹੈ। 100 ਸਾਲ ਦੀ ਉਮਰ ਆ ਵੀ ਇੱਕ ਰਾਤ ਹੀ ਹੈ। ਰਾਤ ਕਾਰਨ ਧਨ ਸੰਚੀਐ, ਧਨ ਇਕੱਠਾ ਕਰਨ ਲੱਗ ਪਿਆ। ਮੈਂ ਇਹ ਕਰ ਲਵਾਂਗਾ, ਮੈਂ ਇਸ ਵਸਤੂ ਨੂੰ ਬਣਾ ਲਵਾਂਗਾ। ਮਹਾਰਾਜ ਕਹਿਣ ਲੱਗੇ ਜ਼ਿੰਦਗੀ ਦੀ ਇੱਕ ਰਾਤ ਕੱਟਣ ਵਾਸਤੇ ਆਇਆ, ਅਵਸਥਾ ਰੂਪੀ ਰਾਤ ਕੱਟਣ ਵਾਸਤੇ ਆਇਆ, ਸੰਸਾਰ ਵਿੱਚ ਆਇਆ ਹੈ। ਭਲਕੇ ਚੱਲਣ ਹੋਏ। ਇੱਥੇ ਆ ਕੇ ਧਨ ਜੋੜਨ ਲੱਗ ਪਿਆ ਵੀ ਮੈਂ ਦੁਨੀਆ ਵਿੱਚ ਆ ਵੀ ਬਣਾ ਲਵਾਂ, ਕਿਲੇ ਬਣਾ ਲਵਾਂ। ਪਰ ਜਿਸ ਵੇਲੇ ਭਲਕੇ ਕਾਲ ਰੂਪੀ ਸੂਰਜ ਚੜ੍ਹੇਗਾ ਨਾ, ਉਸ ਵੇਲੇ ਦੁਨੀਆ ਤੋਂ ਚੱਲਣਾ ਹੋਣਾ ਹੈ। ਨਾਨਕ ਨਾਲ ਨਾ ਚੱਲਈ। ਪਰ ਜੋ ਕੁਝ ਦੁਨੀਆ ਵਿੱਚ ਬਣਾਇਆ ਉਹਦੇ ਵਿੱਚੋਂ ਕੁਝ ਨਾਲ ਨਹੀਂ ਗਿਆ। ਸਿਕੰਦਰ ਕਹਿੰਦਾ ਨਾ ਮੇਰੇ ਹੱਥ ਪੈਰ ਨੰਗੇ ਰੱਖ ਕੇ ਦੁਨੀਆ ਨੂੰ ਵਿਖਾ ਦਿਓ, ਮੈਂ ਨਾਲ ਨਹੀਂ ਕੁਝ ਲੈ ਕੇ ਚੱਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਥੇ ਤੇ ਸਿਕੰਦਰ ਵਰਗੇ ਬਾਦਸ਼ਾਹ ਕੁਝ ਨਹੀਂ ਲੈ ਕੇ ਜਾ ਸਕੇ। ਨਾਨਕ ਸਾਥ ਨਾ ਚੱਲਈ, ਦੁਨੀਆ ਵਿੱਚੋਂ ਕੁਝ ਨਾਲ ਨਹੀਂ ਜਾਣਾ। ਗੁਰਮੁਖੋ ਇਹ ਮਾਤਾ ਪਿਤਾ, ਇਹ ਭੈਣ ਭਰਾ, ਇਹ ਧਨ ਮਾਇਆ ਜੋ ਵੀ ਹੈ ਨਾ, ਸਾਨੂੰ ਸਰੀਰ ਮਿਲਿਆ ਤੇ ਬਾਅਦ ਵਿੱਚ ਇਹ ਮਿਲੇ ਨੇ। ਜਿਹਨੇ ਸਾਨੂੰ ਜਨਮ ਦਿੱਤਾ ਉਹ ਮਾਂ ਹੈ, ਜਿਹਨੇ ਸਾਨੂੰ ਪਾਲਿਆ ਸਾਂਭਿਆ ਪੜ੍ਹਾਇਆ ਲਿਖਾਇਆ ਉਹ ਬਾਪ ਹੈ। ਜਿਹੜੇ ਸਾਡੇ ਨਾਲ ਜਨਮ ਲੈ ਕੇ ਦੁਨੀਆ 'ਤੇ ਆਏ ਉਹ ਸਾਡੇ ਭੈਣਾਂ ਭਰਾ ਬਣ ਗਿਆ। ਜਿਹੜੀ ਅਸੀਂ ਕਮਾਈ ਕੀਤੀ ਉਹ ਸਾਡਾ ਧਨ ਬਣ ਗਿਆ। ਇਹ ਸਾਰਾ ਕੁਝ ਕਿੱਥੋਂ ਮਿਲਿਆ ਹੈ? ਕਿਉਂਕਿ ਸਾਨੂੰ ਸਰੀਰ ਮਿਲਿਆ। ਸਰੀਰ ਕਰਕੇ ਮਾਤਾ ਪਿਤਾ ਮਿਲੇ, ਸਰੀਰ ਕਰਕੇ ਭੈਣਾਂ ਭਰਾ ਮਿਲੇ, ਸਰੀਰ ਕਰਕੇ ਮਾਇਆ ਮਿਲੇ। ਇਹਨਾਂ ਵਸਤੂਆਂ ਨੇ ਤੇ ਨਾਲ ਨਹੀਂ ਜਾਣਾ। ਪਰ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਨਾ, ਇੱਕ ਸਮਾਂ ਉਹ ਆਉਣਾ ਹੈ ਸਰੀਰ ਵੀ ਨਾਲ ਨਹੀਂ ਜਾਣਾ ਹੈ। ਜੇ ਸਰੀਰ ਕਰਕੇ ਭੈਣਾਂ ਭਰਾ ਮਾਤਾ ਪਿਤਾ ਮਿਲੇ ਉਹਨਾਂ ਨੇ ਤੇ ਨਾਲ ਨਹੀਂ ਜਾਣਾ, ਪਰ ਜਿਹੜਾ ਸਰੀਰ ਮਿਲਿਆ ਇਹ ਵੀ ਨਹੀਂ ਨਾਲ ਜਾਣਾ। ਫਿਰ ਨਾਲ ਕੀ ਲੈ ਕੇ ਜਾਵੇਗਾ?
ਕਿੰਨੀਆਂ ਸਾਖੀਆਂ ਆਪਾਂ ਸਰਵਣ ਕਰਦੇ ਨਾ। ਕਾਰੂ ਬਾਦਸ਼ਾਹ ਨੂੰ ਕਹਿਣ ਲੱਗੇ ਅਸੀਂ ਇਹ ਧਨ ਤਾਂ ਇਕੱਠਾ ਕੀਤਾ ਪਰਲੋਕ ਵਿੱਚ ਲੈ ਕੇ ਜਾਵਾਂਗੇ। ਤੇ ਕਾਰੂ ਕਹਿਣ ਲੱਗਾ ਮਹਾਰਾਜ ਪਰਲੋਕ ਵਿੱਚ ਤੇ ਸਰੀਰ ਨਹੀਂ ਜਾਂਦਾ, ਪੈਸਾ ਕਿਵੇਂ ਲੈ ਜਾਓਗੇ? ਸਤਿਗੁਰੂ ਕਹਿਣ ਲੱਗੇ ਤੂੰ ਕਿਵੇਂ ਲੈ ਕੇ ਜਾਏਗਾ? ਉਹਨੂੰ ਸਮਝਾ ਦਿੱਤਾ ਉਹ ਭਲਿਆ ਦੁਨੀਆ 'ਚੋਂ ਨਾਲ ਕੁਝ ਨਹੀਂ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਨਾਨਕ ਨਾਲ ਨਾ ਚੱਲਈ, ਨਾਲ ਕੁਝ ਨਹੀਂ ਜਾਂਦਾ, ਦੁਨੀਆ ਦਾ ਬੱਧਾ ਕਮਾਇਆ ਜੋੜਿਆ ਸਭ ਇੱਥੇ ਰਹਿਣਾ ਹੈ। ਫਿਰ ਪਛਤਾਵਾ ਹੋਏ। ਪਰ ਜਦੋਂ ਜਾਣਾ ਪਵੇਗਾ ਨਾ, ਖਾਲੀ ਹੱਥ ਖਾਲੀ ਪੈਰ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਹੈ ਰਾਜਾ ਰਾਣਾ। ਜਦੋਂ ਜੰਮ ਖੜ ਗਿਆ ਨਾ ਸਰਾਣੇ ਆ ਕੇ ਵੀ ਚੱਲ ਤੇਰਾ ਸਮਾਂ ਆ ਗਿਆ, ਫਿਰ ਵੇਖੇਗਾ ਆਪਣੇ ਘਰ ਵੱਲ ਅੱਖਾਂ ਖੋਲ੍ਹ ਕੇ, ਇਹ ਮੇਰਾ ਘਰ ਸੀ, ਮੈਂ ਬਣਾਇਆ ਸੀ, ਮੈਂ ਇੱਥੋਂ ਚੱਲਿਆ ਹਾਂ, ਇਹ ਮੇਰੇ ਧੀਆਂ ਪੁੱਤਰ ਮੈਂ ਪੜ੍ਹਾਏ ਲਿਖਾਏ ਜ਼ਿੰਮੇਵਾਰ ਬਣਾਏ, ਇਹਨਾਂ ਨੂੰ ਛੱਡ ਕੇ ਚੱਲਿਆ, ਇੰਨੀ ਮੈਂ ਧਨ ਪਦਾਰਥ ਜੋੜਿਆ ਇਹ ਵੀ ਛੱਡ ਕੇ ਚੱਲਿਆ। ਫਿਰ ਪਛਤਾਵਾ ਹੋਵੇਗਾ ਵੀ ਜੋ ਕੁਝ ਛੱਡ ਕੇ ਚੱਲਿਆ ਮੈਂ ਤੇ ਉਹਦੇ ਵਾਸਤੇ ਹੀ ਲੱਗਾ ਰਿਹਾ, ਜਿਹੜਾ ਪ੍ਰਮਾਤਮਾ ਦਾ ਨਾਮ ਸੀ ਮੇਰੇ ਨਾਲ ਜਾਣਾ ਉਹ ਮੈਂ ਜਪ ਨਹੀਂ ਸਕਿਆ। ਫਿਰ ਉਸ ਵੇਲੇ ਪਛਤਾਉਂਦਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਤਾਂ ਹੀ ਬਚਨ ਲਿਖਿਆ ਨਾ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਏ। ਮਿਲ ਕੇ ਆਖੀਏ ਆਪਾਂ ਸਾਰੇ ਜਾਣੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ। ਬਾਅਦ ਵਿੱਚ ਪਛਤਾਉਣਾ ਪਵੇ ਵੀ ਆਹ ਕੁਝ ਨਾਲ ਨਹੀਂ ਚੱਲਿਆ ਤੇ ਫਿਰ ਉਸ ਕੰਮ ਵੱਲ ਪੈਣਾ ਹੀ ਕਿਉਂ ਹੈ। ਇਹ ਆਪਾਂ ਅੰਮ੍ਰਿਤ ਵੇਲੇ ਨਿਤਨੇਮ ਦੇ ਵਿੱਚ ਇਹ ਬਚਨ ਪੜ੍ਹ ਕੇ ਆਏ ਹਾਂ, ਸਤਿਗੁਰਾਂ ਨੇ ਸਮਝਾਇਆ ਹੈ। ਕਹਿਣ ਲੱਗੇ ਉਹ ਭਾਈ ਪਿਆਰਿਆ ਬਾਅਦ ਵਿੱਚ ਤੇ ਫਿਰ ਪਛਤਾਵਾ ਹੁੰਦਾ ਹੈ। ਦੂਜਾ ਬੰਦਾ ਚੱਟੀ ਜੋ ਭਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੋਹ ਦਾ ਬੱਧਾ ਹੋਇਆ ਮਨੁੱਖ ਚੱਟੀਆਂ ਭਰਦਾ ਹੈ। ਮੋਹ ਦਾ ਪੈ ਗਿਆ ਨਾ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਧੀ ਹੈ, ਇਹ ਮੇਰੀ ਘਰਵਾਲੀ ਹੈ, ਇਹ ਮੇਰਾ ਘਰ ਹੈ। ਘਰ ਦੇ ਮੋਹ ਦੇ ਵਿੱਚ ਬੱਧਾ, ਧੀਆਂ ਪੁੱਤਰਾਂ ਦੇ ਮੋਹ ਵਿੱਚ ਬੱਧਾ ਹੋਇਆ, ਜਾਂ ਘਰਵਾਲੀ ਜਾਂ ਘਰਵਾਲਾ, ਜਾਂ ਪਤੀ ਜਾਂ ਪਤਨੀ, ਦੋਨੇ ਜਾਣੇ ਇੱਕ ਦੂਜੇ ਦੇ ਮੋਹ ਵਿੱਚ ਬੱਧੇ ਹੋਏ। ਮਹਾਰਾਜ ਕਹਿਣ ਲੱਗੇ ਮੋਹ ਦੇ ਵਿੱਚ ਪੈਣ ਕਰਕੇ ਨਾ ਗੁਣ ਨਾ ਉਪਕਾਰ। ਇਹ ਕਮਾਈਆਂ ਤੇ ਬੜੀਆਂ ਕਰਦਾ ਹੈ ਕਿ ਮੈਂ ਦਿਨੇ ਵੀ ਕੰਮ ਕਰਾਂ ਰਾਤ ਵੀ ਕੰਮ ਕਰਾਂ, ਮੇਰੇ ਪੁੱਤਰ ਨੂੰ ਸੁੱਖ ਮਿਲੇ, ਮੈਂ ਇੰਨੀ ਕਮਾਈ ਕਰਾਂ। ਮੈਂ ਦਿਨੇ ਰਾਤ ਮਿਹਨਤ ਕਰਾਂ, ਮੇਰੀ ਘਰਵਾਲੀ ਖੁਸ਼ ਹੋ ਜਾਵੇ, ਮੈਂ ਨਵੇਂ ਨਵੇਂ ਕੱਪੜੇ ਗਹਿਣੇ ਲੈ ਕੇ ਜਾਵਾਂ। ਮੈਂ ਦਿਨੇ ਰਾਤ ਕੰਮ ਕਰਾਂ, ਮੇਰੀਆਂ ਧੀਆਂ ਖੁਸ਼ ਹੋ ਜਾਣ, ਜਦੋਂ ਮੈਂ ਵਿਆਹਾਂਗਾ ਚੋਖਾ ਦਾਜ ਦੇ ਕੇ ਧਨ ਦੇ ਕੇ ਉਹਨਾਂ ਨੂੰ ਤੋਰਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੋਹ ਦਾ ਬੱਧਾ ਹੋਇਆ ਚੱਟੀ ਭਰਦਾ ਰਿਹਾ, ਦਿਨੇ ਰਾਤ ਮਸ਼ੀਨ ਬਣ ਗਿਆ, ਕੰਮ ਹੀ ਕਰਦਾ ਰਿਹਾ। ਕਦੇ ਇਸਤਰੀ ਨੂੰ ਸੁੱਖ ਦੇਣਾ, ਕਦੇ ਪੁੱਤਰ ਨੂੰ ਸੁੱਖ ਦੇਣਾ, ਕਦੇ ਧੀ ਨੂੰ ਸੁੱਖ ਦੇਣਾ ਹੈ, ਕਦੇ ਪੋਤਰਿਆਂ ਪੋਤਰੀਆਂ ਵਾਸਤੇ ਵੀ ਕੁਝ ਕਰਨਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਨਾ ਗੁਣ ਨਾ ਉਪਕਾਰ। ਪਰ ਧੀਆਂ ਪੁੱਤਰਾਂ ਨੇ ਪਰਿਵਾਰ ਨੇ ਕੋਈ ਗੁਣ ਨਹੀਂ ਜਾਣਿਆ, ਨਾ ਹੀ ਪਰਉਪਕਾਰ ਸਮਝਿਆ। ਜੇ ਕਿਤੇ ਬਜ਼ੁਰਗ ਕਹਿ ਵੀ ਦੇਵੇ ਨਾ ਕਿ ਮੈਂ ਤੁਹਾਡੇ ਵਾਸਤੇ ਇਹ ਕੀਤਾ, ਤੇ ਉਹ ਕਹਿਣ ਲੱਗੇ ਵੀ ਤੂੰ ਇਕੱਲੇ ਨੇ ਕੀਤਾ, ਸਾਰੀ ਦੁਨੀਆ ਕਰਦੀ ਹੈ। ਕਦੇ ਧੀਆਂ ਪੁੱਤਰਾਂ ਨੇ ਮਾਂ ਬਾਪ ਨੂੰ ਕਿਹਾ ਵੀ ਬਾਪੂ ਤੂੰ ਬੜਾ ਪਰਉਪਕਾਰ ਕੀਤਾ ਮੇਰੇ ਤੇ, ਬਾਪੂ ਤੂੰ ਬੜਾ ਗੁਣ ਕੀਤਾ ਹੈ। ਕਹਿਣ ਲੱਗੇ ਨਹੀਂ ਬਾਪੂ ਤੇਰੀ ਜ਼ਿੰਮੇਵਾਰੀ ਹੈ, ਉਹ ਤੇ ਤੂੰ ਕਰਨਾ ਹੀ ਸੀ, ਤੂੰ ਦੁਨੀਆ ਨਾਲੋਂ ਵੱਖਰਾ ਥੋੜ੍ਹੀ ਕੀਤਾ ਹੈ। ਦੁਨੀਆ ਦੇ ਲੋਕ ਵੀ ਪੜ੍ਹਾਉਂਦੇ, ਤੂੰ ਵੀ ਮੈਨੂੰ ਪੜ੍ਹਾ ਦਿੱਤਾ। ਦੁਨੀਆ ਦੇ ਲੋਕ ਵੀ ਨੌਕਰੀ 'ਤੇ ਲਵਾਉਂਦੇ, ਤੂੰ ਵੀ ਲਵਾ ਦਿੱਤਾ। ਦੁਨੀਆ ਦੇ ਲੋਕ ਵੀ ਤੇ ਆਪਣੇ ਬੱਚਿਆਂ ਨੂੰ ਘਰ ਬਣਾ ਕੇ ਦਿੰਦੇ, ਇੱਥੇ ਤੇ ਪਸ਼ੂ ਪੰਛੀ ਬਣਾ ਕੇ ਦਿੰਦੇ, ਆਲ੍ਹਣਾ ਆਪਣੇ ਬੱਚਿਆਂ ਨੂੰ ਤੂੰ ਵੀ ਬਣਾ ਦਿੱਤਾ। ਤੂੰ ਮੇਰੇ 'ਤੇ ਕੀ ਪਰਉਪਕਾਰ ਕੀਤਾ ਹੈ। ਮੋਹ ਦੇ ਵਿੱਚ ਬੱਧਾ ਹੋਇਆ, ਬੱਚਿਆਂ ਦੀ ਚੱਟੀ ਭਰਦਾ ਰਿਹਾ, ਭੱਜਦਾ ਨੱਠਦਾ ਰਿਹਾ, ਬੁੱਢਾ ਹੋ ਗਿਆ। ਬੁੱਢਾ ਠੇਰਾ ਹੋ ਕੇ ਮੰਜੇ 'ਤੇ ਬੈਠ ਗਿਆ। ਅੱਜ ਪੁੱਤਰਾਂ ਨੂੰ ਆਵਾਜ਼ ਮਾਰਦਾ, ਉਹ ਪੁੱਤਰੋ ਮੈਂ ਤੁਹਾਡੇ 'ਤੇ ਪਰਉਪਕਾਰ ਕੀਤੇ, ਤੁਹਾਡੇ 'ਤੇ ਇਹ ਗੁਣ ਕੀਤੇ। ਗੁਣ ਤੋਂ ਭਾਵ ਹੁੰਦਾ ਵੀ ਤੁਹਾਡੇ 'ਤੇ ਅਹਿਸਾਨ ਕੀਤੇ ਮੈਂ। ਤੇ ਪੁੱਤਰਾਂ ਦੀ ਅੱਗੋਂ ਆਵਾਜ਼ ਆਉਂਦੀ ਹੈ, ਕਹਿਣ ਲੱਗੇ ਬਾਪੂ ਤੂੰ ਇਕੱਲੇ ਨੇ ਕੀਤੇ ਨੇ, ਇਹ ਤੇ ਸਾਰੀ ਦੁਨੀਆ ਕਰਦੀ ਹੈ, ਤੂੰ ਵੱਖਰਾ ਥੋੜ੍ਹੀ ਕੀਤਾ ਹੈ। ਫਿਰ ਬਾਪੂ ਆਵਾਜ਼ ਮਾਰਦਾ ਮੈਨੂੰ ਪਾਣੀ ਦਾ ਗਲਾਸ ਦੇ ਦਿਓ। ਕਹਿਣ ਲੱਗੇ ਸਾਡੇ ਕੋਲ ਟਾਈਮ ਨਹੀਂ, ਸਾਡੇ ਕੋਲ ਸਮਾਂ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਐਸੀ ਹਾਲਤ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਬਚਨ ਬੜੇ ਗੰਭੀਰ ਨੇ, ਗੁਰਮੁਖੋ ਬੜੇ ਡੂੰਘੇ ਨੇ, ਬੜਾ ਮਨ ਦੇ ਉੱਪਰ ਅਸਰ ਕਰਦੇ ਜਾ ਕੇ। ਹੁੰਦਾ ਇਸੇ ਤਰ੍ਹਾਂ ਹੀ ਹੈ।
ਸਾਰੀ ਉਮਰ ਭੱਜਾ ਨੱਠਾ ਮਿਹਨਤਾਂ ਕੀਤੀਆਂ, ਬੱਚਿਆਂ ਨੂੰ ਕਾਬਲ ਬਣਾਇਆ, ਇਸਤਰੀ ਦੇ ਆਪਣੀ ਪਤਨੀ ਦੇ ਸ਼ੌਂਕ ਪੂਰੇ ਕੀਤੇ, ਜਿੱਥੇ ਮਿਲਣਾ ਵਰਤਣਾ ਸੀ ਮਿਲਦਾ ਵਰਤਦਾ ਵੀ ਰਿਹਾ, ਦਿਨੇ ਰਾਤ ਸਫ਼ਰ ਵੀ ਕਰਦਾ ਰਿਹਾ। ਪਰ ਜਦੋਂ ਕਿਤੇ ਆਖਿਆ ਨਾ ਪਰਿਵਾਰ ਨੂੰ ਵੀ ਮੈਂ ਤੁਹਾਡੇ ਵਾਸਤੇ ਕੀਤਾ, ਉਹ ਕਹਿੰਦੇ ਤੂੰ ਇਕੱਲੇ ਨੇ ਥੋੜ੍ਹੀ ਕੀਤਾ, ਸਾਰੀ ਦੁਨੀਆ ਕਰਦੀ ਹੈ, ਆਸਾਨ ਥੋੜ੍ਹੀ ਕੀਤਾ। ਉਦੋਂ ਫਿਰ ਬੜੀ ਸੱਟ ਵੱਜਦੀ ਹੈ, ਮੈਂ ਇਹਨਾਂ ਵਾਸਤੇ ਇੰਨਾ ਕੁਝ ਕੀਤਾ, ਮੈਨੂੰ ਅੱਗੋਂ ਇਸ ਤਰ੍ਹਾਂ ਕਹਿੰਦੇ। ਬੱਧਾ ਚੱਟੀ ਜੋ ਭਰੇ, ਮੋਹ ਦਾ ਬੱਧਾ ਹੋਇਆ ਜਿਹੜਾ ਚੱਟੀਆਂ ਭਰਦਾ ਹੈ ਧੀਆਂ ਪੁੱਤਰਾਂ ਦੇ ਪਾਲਣ ਪੋਸ਼ਣ ਸ਼ੌਂਕ ਪੂਰੇ ਕਰਨ ਵਾਸਤੇ। ਆਪਾਂ ਕਈ ਵਾਰੀ ਵੇਖਦੇ ਹਾਂ ਬਜ਼ੁਰਗ ਦਾ ਕੁੜਤਾ ਫਟਿਆ ਹੁੰਦਾ, ਪਜਾਮਾ ਫਟਿਆ ਹੁੰਦਾ, ਜੁੱਤੀ ਟੁੱਟੀ ਪਾਈ ਹੁੰਦੀ ਹੈ, ਪਰ ਉਹਦੀ ਤਮੰਨਾ ਇਹ ਹੁੰਦੀ ਹੈ ਵੀ ਮੇਰੇ ਪੁੱਤਰ ਦੇ ਗਲ ਦੇ ਵਿੱਚ ਵਧੀਆ ਸੂਟ ਪਾਇਆ ਹੋਵੇ, ਵਧੀਆ ਜੁੱਤੀ ਪਾਈ ਹੋਵੇ। ਆਪ ਸਾਈਕਲ 'ਤੇ ਜਾਂਦਾ ਹੈ, ਪੁੱਤਰ ਨੂੰ ਗੱਡੀ ਜਾਂ ਮੋਟਰਸਾਈਕਲ ਲੈ ਕੇ ਦਿੱਤਾ ਹੈ। ਉਹਨੂੰ ਆਪਣੇ ਮੈਲੇ ਕੱਪੜੇ, ਪਾਟੇ ਕੱਪੜੇ, ਪਾਟੀ ਟੁੱਟੀ ਜੁੱਤੀ ਨਹੀਂ ਦਿਸਦੀ ਹੈ, ਉਹਨੂੰ ਇਹ ਦਿਸਦਾ ਵੀ ਮੇਰਾ ਪੁੱਤਰ ਸੁੱਖ ਲੈ ਰਿਹਾ ਹੈ। ਪਰ ਜੇ ਪੁੱਤਰ ਕੱਲ੍ਹ ਨੂੰ ਆਖੇ ਵੀ ਤੂੰ ਗੱਡੀ ਲੈ ਕੇ ਦਿੱਤੀ, ਮੇਰੇ 'ਤੇ ਆਸਾਨ ਥੋੜ੍ਹੀ ਕੀਤਾ, ਇਹ ਤਾਂ ਸਾਰੇ ਲੈ ਕੇ ਦਿੰਦੇ, ਨਵੇਂ ਕੱਪੜੇ ਲੈ ਕੇ ਦਿੱਤੇ, ਇਹਦੇ ਸਾਰੇ ਲੈ ਕੇ ਦਿੰਦੇ, ਫਿਰ ਕਿੰਨੀ ਸੱਟ ਵੱਜਦੀ ਹੈ, ਕਿੰਨਾ ਦੁੱਖ ਹੁੰਦਾ ਹੈ। ਪਰ ਮਹਾਰਾਜ ਕਹਿਣ ਲੱਗੇ ਇਹ ਕਰਦਾ ਪਿਆ ਮੋਹ ਦਾ ਬੱਧਾ ਹੋਇਆ। ਮਹਾਰਾਜ ਨੇ ਬਚਨ ਲਿਖਿਆ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਮਨ ਲੋੜੈ ਸੋਇਨਾ ਰੂਪਾ। ਜੋ ਇਸਤਰੀ ਹੈ ਨਾ ਪਤਨੀ, ਉਹ ਕੀ ਚਾਹੁੰਦੀ ਹੈ ਕਿ ਮੈਨੂੰ ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਣੇ, ਸੋਹਣੇ ਸੋਹਣੇ ਕੱਪੜੇ ਪ੍ਰਾਪਤ ਹੋਣ, ਨਵੇਂ ਨਵੇਂ ਸੂਟ। ਕਾਮਨ ਲੋੜੈ ਸੋਇਨਾ ਰੂਪਾ, ਰੂਪਾ ਨਾਮ ਚਾਂਦੀ ਦਾ, ਅਤੇ ਸੋਨੇ ਦਾ ਆਪਾਂ ਨੂੰ ਪਤਾ ਹੀ ਹੈ। ਕਾਮਨ ਲੋੜੈ ਸੋਇਨਾ ਰੂਪਾ, ਮਿੱਤਰ ਲੋੜੇਣ ਸੋ ਖਾਧਾ ਤਾ। ਜਿਹੜੇ ਮਿੱਤਰ ਨੇ ਨਾ ਦਾਸ ਸੇਵਕ, ਜਿਹੜੇ ਮਿੱਤਰ ਨੇ ਦੋਸਤ, ਵਾਹਿਗੁਰੂ ਜੀ ਦੋਸਤ, ਜਿਹੜੇ ਮਿੱਤਰ ਦੋਸਤ ਨੇ ਉਹ ਚਾਹੁੰਦੇ ਵੀ ਜੇ ਗਲੀ ਬਾਜ਼ਾਰ ਵਿੱਚ ਮਿਲੇ ਤਾਂ ਸਾਨੂੰ ਪੁੱਛੇ ਵੀ ਹਾਂ ਵੀ ਮਿੱਤਰੋ ਕੀ ਖਾਣਾ ਅਜੇ, ਕਿਹੜੀ ਪਾਰਟੀ ਕਰੀਏ ਅੱਜ। ਉਹ ਖਾਣ ਪੀਣ ਦੇ ਸ਼ੌਕੀਨ ਨੇ। ਮਿੱਤਰ ਲੋੜੇਣ ਸੋ ਖਾਧਾ ਤਾ। ਮਹਾਰਾਜ ਕਹਿਣ ਲੱਗੇ ਨਾਨਕ ਪਾਪ ਕਰੇ ਤਿਨ ਕਾਰਨ। ਹੁਣ ਮਿੱਤਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਮਹਿੰਗੇ ਹੋਟਲ ਵਿੱਚ ਰੈਸਟੋਰੈਂਟ ਵਿੱਚ ਖਾਣਾ ਖਵਾਉਣਾ, ਉਹਦੇ ਵਾਸਤੇ ਪੈਸਾ ਚਾਹੀਦਾ। ਪੈਸੇ ਵਾਸਤੇ ਫਿਰ 2 ਨੰਬਰ ਦਾ ਉਂਗਲ ਟੇਢੀ ਕਰਨੀ ਪਵੇਗੀ। ਜੇ ਇਸਤਰੀ ਦੀ ਮੰਗ ਹੈ ਕਿ ਮੈਂ ਮਹਿੰਗਾ ਸੂਟ ਜਾਂ ਮਹਿੰਗਾ ਗਹਿਣਾ ਲੈਣਾ, ਤਾਂ ਉਹਦੇ ਵਾਸਤੇ ਵੀ ਉਂਗਲ ਟੇਢੀ ਕਰਨੀ ਪਵੇਗੀ। ਨਾਨਕ ਪਾਪ ਕਰੇ ਤਿੰਨ ਕਾਰਨ। ਜਿਨ੍ਹਾਂ ਮਿੱਤਰਾਂ ਵਾਸਤੇ ਜਾਂ ਪਰਿਵਾਰ ਵਾਸਤੇ ਪਾਪ ਕਰਦਾ ਹੈ, ਜਾਸੀ ਜੰਮਪੁਰ ਬਾਧਾ ਤਾ। ਤੈਨੂੰ ਜਮਾਂ ਦੀ ਪੁਰੀ ਵਿੱਚ ਬੰਨ੍ਹ ਕੇ ਤੇਰੇ ਕੋਲੋਂ ਹਿਸਾਬ ਮੰਗਿਆ ਜਾਣਾ। ਤੂੰ ਉੱਥੇ ਨਹੀਂ ਕਹਿ ਪਾਵੇਂਗਾ ਵੀ ਇਹ ਪਾਪ ਮੈਂ ਤਾਂ ਕੀਤਾ ਸੀ, ਮੇਰੀ ਇਸਤਰੀ ਨੇ ਆਖਿਆ ਮੈਨੂੰ ਮਹਿੰਗਾ ਸੂਟ ਲਿਆ ਕੇ ਦੇ, ਮੈਂ ਤਾਂ ਪਾਪ ਕੀਤਾ ਹੈ। ਨਹੀਂ ਕੀਤਾ ਤੂੰ ਹੈ, ਲੇਖਾ ਤੈਨੂੰ ਦੇਣਾ ਪੈਣਾ ਹੈ। ਤੂੰ ਇਹ ਨਹੀਂ ਕਹਿ ਪਾਵੇਂਗਾ ਵੀ ਮੇਰੇ ਮਿੱਤਰ ਕਹਿੰਦੇ ਸੀ ਮਹਿੰਗੇ ਹੋਟਲ ਵਿੱਚ ਪਾਰਟੀ ਕਰ ਤੇ ਮੈਂ ਤਾਂ ਪਾਪ ਕਰਕੇ ਉਹਨਾਂ ਨੂੰ ਪਾਰਟੀ ਖਵਾ ਕੇ ਆਇਆ। ਕਹਿਣ ਲੱਗੇ ਨਹੀਂ ਭਾਈ, ਮਿੱਤਰਾਂ ਨੂੰ ਤੇ ਬਾਅਦ ਵਿੱਚ ਵੇਖਾਂਗੇ, ਤੂੰ ਕਰਕੇ ਆਇਆ, ਪਹਿਲਾਂ ਤੇਰੇ ਨਾਲ ਨਿਬੜਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਮਪੁਰ ਬਾਧਾ ਤਾ। ਬੰਨ੍ਹ ਕੇ ਜਮਾਂ ਦੀ ਪੁਰੀ ਵਿੱਚ ਖੜਿਆ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੱਧਾ ਚੱਟੀ ਜੋ ਭਰੇ। ਇਹ ਪੰਕਤੀ ਤੇ ਗੁਰਮੁਖੋ ਆਪਾਂ ਕਈ ਵਾਰੀ ਆਮ ਪੜ੍ਹ ਵੀ ਦਿੰਦੇ ਹਾਂ, ਸੁਣਦੇ ਵੀ ਹਾਂ, ਪਰ ਇਹਦਾ ਭਾਵ ਇਹੋ ਹੀ ਹੈ ਵੀ ਮੋਹ ਦਾ ਬੱਧਾ ਹੋਇਆ ਬੰਦਾ ਚੱਟੀਆਂ ਭਰਦਾ ਹੈ, ਧੀਆਂ ਪੁੱਤਰਾਂ ਦੇ ਕਹਿਣੇ ਮੰਨਦਾ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਪਰ ਨਾ ਗੁਣ ਨਾ ਉਪਕਾਰ ਧੀਆਂ ਪੁੱਤਰਾਂ ਵਾਸਤੇ, ਨਾ ਉਹ ਤੇਰਾ ਕੋਈ ਗੁਣ ਕੋਈ ਅਹਿਸਾਨ ਹੈ, ਨਾ ਉਹਨਾਂ ਵਾਸਤੇ ਤੇਰਾ ਕੋਈ ਪਰਉਪਕਾਰ ਹੈ। ਉਹ ਕਹਿੰਦੇ ਤੇਰਾ ਫਰਜ਼ ਸੀ ਬਾਪੂ, ਇਹ ਤੇ ਕਰਨਾ ਹੀ ਸੀ, ਤੂੰ ਵੱਖਰਾ ਨਹੀਂ ਕੀਤਾ ਹੈ। ਫਿਰ ਐਸੀ ਚੋਟ ਵੱਜਦੀ ਹੈ। ਛੇਤੀ ਖੁਸ਼ੀ ਸਵਾਰੀਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਖੁਸ਼ੀ ਦੇ ਸਹਿਤ ਹੋ ਕੇ ਜਿਹੜੇ ਇਹ ਕਾਰਜ ਕਰਨੇ ਹਨ, ਨਾਨਕ ਕਾਰਜ ਸਾਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਕਾਰਜ ਸ੍ਰੇਸ਼ਟ ਹੈ, ਜਿਹੜਾ ਖੁਸ਼ੀ ਦੇ ਨਾਲ ਕੀਤਾ ਗਿਆ ਉਹ ਕਾਰਜ ਸ੍ਰੇਸ਼ਟ ਹੈ। ਫਿਰ ਬਖਸ਼ਿਸ਼ ਕਰਦੇ ਹਨ। ਛੇਤੀ ਖੁਸ਼ੀ ਸਵਾਰੀਆ। ਬੱਧਾ ਚੱਟੀ, ਬੱਧਾ ਚੱਟੀ ਜੋ ਭਰੈ। ਮਹਾਰਾਜ ਕਹਿਣ ਲੱਗੇ ਦੂਜਾ ਅਰਥ ਵੀ ਇਸ ਤਰ੍ਹਾਂ ਕੀਤਾ ਗਿਆ ਹੈ, ਬੱਧਾ ਹੋਇਆ ਰੋਗ ਦਾ। ਕਈ ਵਾਰੀ ਰੋਗ ਲੱਗ ਜਾਂਦਾ ਨਾ ਸਰੀਰ ਨੂੰ, ਆ ਕੇ ਕੋਈ ਬਿਮਾਰੀ ਲੱਗ ਜਾਂਦੀ ਹੈ, ਅਸੀਂ ਦਵਾਈ ਬੂਟੀ ਲੈ ਕੇ ਆਉਂਦੇ ਹਾਂ, ਦਵਾਈ ਖਾਂਦੇ ਹਾਂ ਵੈਦ ਕੋਲੋਂ, ਹਕੀਮ ਕੋਲੋਂ, ਡਾਕਟਰ ਦੇ ਕੋਲੋਂ। ਦਵਾਈ ਖਾਂਦਿਆਂ ਖਾਂਦਿਆਂ ਕੋਈ ਬਹੁਤਾ ਅਸਰ ਨਹੀਂ ਹੁੰਦਾ ਹੈ।
ਕਿਸੇ ਨੇ ਆਖਿਆ ਵੀ ਜਾ ਫਲਾਣੇ ਜੋਤਸ਼ੀ ਕੋਲ ਚਲੇ ਜਾ, ਪੰਡਤ ਕੋਲ ਚਲੇ ਜਾ, ਉਪਾਅ ਕਰਾ। ਕਹਿਣ ਲੱਗਾ ਠੀਕ ਹੈ, ਉਪਾਅ ਕਰਾ ਲੈਂਦੇ। ਉਪਾਅ ਕਰਾਇਆ ਜਾ ਕੇ। ਪੰਡਤ ਨੇ ਕਹਿ ਦਿੱਤਾ ਵੀ ਇੰਨੀ ਮੱਸਿਆ ਨਹਾਉਣਾ ਹੈ, ਇੰਨੀ ਪੂਰਨਮਾਸ਼ੀ ਯਾਤਰਾ ਕਰਨੀ ਹੈ, ਇੰਨੇ ਪੱਠੇ ਪਾਉਣੇ ਗਾਵਾਂ ਨੂੰ, ਇੰਨਾ ਜਿਹੜਾ ਹੈ ਆਟਾ ਦਾਨ ਦੇਣਾ ਹੈ, ਇੰਨਾ ਦੁੱਧ ਦਾਨ ਦੇਣਾ ਹੈ, ਇੰਨੇ ਕੱਪੜੇ ਦਾਨ ਕਰਨੇ। ਬੜੀ ਲੰਮੀ ਚੌੜੀ ਲਿਸਟ ਬਣਾ ਦਿੱਤੀ ਵੀ ਆਹ ਕੁਝ ਦਾਨ ਕਰੋ। ਜਿਹੜਾ ਬਿਮਾਰ ਬੰਦਾ ਹੈ ਨਾ, ਉਹਦੇ ਉੱਪਰੋਂ ਵਾਰ ਕੇ ਜਾਂ ਉਹਦਾ ਹੱਥ ਲਵਾ ਕੇ ਦਾਨ ਕਰ ਦਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੱਧਾ ਚੱਟੀ ਜੋ ਭਰੇ। ਰੋਗ ਦਾ ਬੱਧਾ ਹੋਇਆ ਫਿਰ ਚੱਟੀ ਭਰਦਾ ਹੈ। ਜਿਹੜੇ ਬੰਦੇ ਨੇ ਕਦੇ ਰੁਪਈਆ ਵੀ ਨਹੀਂ ਨਾ ਦਿੱਤਾ, ਉਹ ਵੀ ਫਿਰ ਦਾਨ ਕਰਦਾ ਹੈ ਵੀ ਲਓ ਮੇਰੇ ਕੋਲੋਂ ਦਾਨ ਲਓ ਭਾਈ, ਮੇਰਾ ਰੋਗ ਠੀਕ ਹੋ ਜਾਏ। ਉਹ ਆਪਣੇ ਰੋਗ ਤੋਂ ਬਚਣ ਵਾਸਤੇ ਫਿਰ ਮਾਇਆ ਵੀ ਕੱਢਦਾ ਹੈ, ਚੱਟੀ ਭਰਦਾ ਵੀ ਰੋਗ ਤੋਂ ਬਚਾਓ। ਉਹ ਮਾਇਆ ਖਰਚ ਕੇ ਫਿਰ ਨਵੇਂ ਸੂਟ ਵੀ ਲੈ ਕੇ ਆਉਂਦਾ, ਨਵੇਂ ਕੱਪੜੇ ਲਿਆ ਕੇ ਦਾਨ ਕਰਦਾ। ਉਹ ਮਾਇਆ ਖਰਚ ਕੇ ਫਿਰ ਦੁੱਧ ਵੀ ਦਾਨ ਕਰਦਾ, ਪੱਠੇ ਵੀ ਦਾਨ ਕਰਦਾ। ਆਪਣੇ ਰੋਗ ਤੋਂ ਬਚਣ ਵਾਸਤੇ ਫਿਰ ਉਹ ਚੱਟੀ ਭਰਦਾ ਹੈ। ਉਹਨੂੰ ਭਾਵੇਂ ਔਖੇ ਸੌਖੇ ਜਿਵੇਂ ਮਰਜ਼ੀ ਭਰਨੀ ਪਵੇ, ਉਹ ਭਰਦਾ ਹੈ। ਪਰ ਭਰਦਾ ਕਿਉਂ ਪਿਆ? ਭਰਦਾ ਤਾਂ ਪਿਆ ਵੀ ਮੈਂ ਰੋਗ ਤੋਂ ਮੁਕਤ ਹੋ ਜਾਵਾਂ, ਮੇਰੀ ਬਿਮਾਰੀ ਦੂਰ ਹੋ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੋਗ ਦਾ ਬੱਧਾ ਹੋਇਆ ਫਿਰ ਚੱਟੀਆਂ ਭਰਦਾ ਹੈ। ਮਾਇਆ ਦਾਨ ਕਰਕੇ ਫਿਰ ਉਹਦੇ ਵਿੱਚੋਂ ਦਾਨ ਪੁੰਨ ਕਰਦਾ ਹੈ। ਗੁਣ ਨਾ ਉਪਕਾਰ। ਗੁਰਮੁਖੋ ਇਹ ਚੀਜ਼ ਜਿਹੜੀ ਹੈ ਨਾ, ਇਹ ਗੁਣ ਤੇ ਹੋ ਸਕਦੀ ਹੈ। ਗੁਣ ਕੀ ਹੈ? ਤੇਰਾ ਰੋਗ ਤੇ ਠੀਕ ਹੋ ਜਾਏਗਾ। ਮੰਨ ਲਓ ਵੀ ਤੂੰ ਆਪਣਾ ਢਾਲਾ ਕਿਸੇ ਦੇ ਅੱਗੇ ਸੁੱਟ ਦਿੱਤਾ, ਕਿਸੇ ਨੂੰ ਦੇ ਦਿੱਤਾ, ਢਾਲਾ ਕਰਵਾ ਲਿਆ ਹੈ, ਇਹ ਤੇਰਾ ਗੁਣ ਤੇ ਹੋ ਜਾਏਗਾ ਵੀ ਤੂੰ ਠੀਕ ਹੋ ਸਕਦਾ ਹੈ, ਬਿਮਾਰੀ ਤੇਰੀ ਟਲ ਸਕਦੀ ਹੈ, ਘਟ ਸਕਦੀ ਹੈ, ਫਰਕ ਪੈ ਜਾਏਗਾ। ਪਰ ਜੇ ਤੂੰ ਇਹ ਗੱਲ ਆਖੇ ਨਾ ਵੀ ਉਪਕਾਰ ਹੋ ਗਿਆ, ਵੀ ਮੇਰਾ ਪੁੰਨ ਦਾਨ ਸਫਲਾ ਹੋ ਗਿਆ, ਸਫਲਾ ਕੋਈ ਨਹੀਂ ਹੋਇਆ ਹੈ। ਜੇ ਤੂੰ ਕੱਲ੍ਹ ਨੂੰ ਇਹ ਗੱਲ ਕਵੇਂ ਵੀ ਇੰਨੀਆਂ ਗਾਵਾਂ ਨੂੰ ਮੈਂ ਪੱਠੇ ਪਾਏ ਸਨ ਜਦੋਂ ਮੈਂ ਬਿਮਾਰ ਹੋਇਆ ਸੀ, ਇੰਨੇ ਲੋਕਾਂ ਨੂੰ ਮੈਂ ਸੂਟ ਦਿੱਤੇ ਸਨ ਜਦੋਂ ਬਿਮਾਰ ਹੋਇਆ ਸੀ, ਇੰਨੇ ਲੋਕਾਂ ਨੂੰ ਜੁੱਤੀਆਂ ਦਿੱਤੀਆਂ, ਪੈਰਾਂ ਵਿੱਚ ਨਵੀਆਂ ਪਵਾਈਆਂ, ਜਾਂ ਇੰਨੇ ਥਾਵਾਂ 'ਤੇ ਮੈਂ ਹੌਸਪੀਟਲ ਵਿੱਚ ਮਾਇਆ ਦੇ ਕੇ ਆਇਆ, ਗੁਰਦੁਆਰੇ ਦੇ ਕੇ ਆਇਆ, ਅਤੇ ਬਾਅਦ ਵਿੱਚ ਤੂੰ ਆਖੇ ਵੀ ਲਿਆਓ ਭਾਈ ਹੁਣ ਮੈਨੂੰ ਉਹਦਾ ਫਲ ਵੀ ਦਿਓ। ਨਹੀਂ, ਉਹਦਾ ਫਲ ਤੈਨੂੰ ਕੋਈ ਨਹੀਂ ਮਿਲਣਾ ਹੈ, ਕਿਉਂਕਿ ਤੂੰ ਮਨਸ਼ਾ ਹੀ ਇਹ ਰੱਖੀ ਸੀ ਵੀ ਮੇਰਾ ਰੋਗ ਦੂਰ ਹੋ ਜਾਏ। ਰੋਗ ਤੇਰਾ ਦੂਰ ਹੋ ਗਿਆ, ਤੇਰਾ ਕੀਤਾ ਹੋਇਆ ਪੁੰਨ ਦਾਨ ਉਸ ਪਾਸੇ ਲੱਗ ਗਿਆ ਹੈ, ਉਹਦਾ ਹੁਣ ਫਲ ਖਤਮ ਹੋ ਗਿਆ ਹੈ। ਤੂੰ ਬਾਅਦ ਵਿੱਚ ਇਹ ਨਹੀਂ ਕਹਿ ਸਕਦਾ ਵੀ ਇਹਦਾ ਫਲ ਮੈਨੂੰ ਦੇ ਦਿਓ। ਉਹਦਾ ਫਲ ਨਾਲ ਦੀ ਨਾਲ ਹੀ। ਹੁਣ ਆਪਣੀ ਜੇਬ 'ਚ ਜਿੰਨੇ ਪੈਸੇ ਨੇ, ਜਦੋਂ ਆਪਾਂ ਖਰਚ ਦਈਏ, ਉਹਦੇ ਖਰਚੇ ਮੁਤਾਬਕ ਅਸੀਂ ਵਸਤੂਆਂ ਖਰੀਦ ਲਈਆਂ। ਹੁਣ ਬਾਅਦ ਵਿੱਚ ਆਪਾਂ ਆਖੀਏ ਵੀ ਵਸਤੂਆਂ ਵੀ ਦੇ ਦਿਓ ਅਤੇ ਸਾਡੇ ਪੈਸੇ ਵੀ ਵਾਪਸ ਕਰ ਦਿਓ, ਤੇ ਨਹੀਂ ਨਾ ਕਰੇਗਾ ਦੁਕਾਨਦਾਰ। ਉਹਨੇ ਕਹਿਣਾ ਵੀ ਨਹੀਂ ਭਾਈ ਇਹ ਵਸਤੂਆਂ ਦਾ ਤੇ ਤੂੰ ਪੈਸਾ ਦਿੱਤਾ, ਵਸਤੂਆਂ ਲੈ ਚੱਲਿਆ, ਹੁਣ ਪੈਸਾ ਨਹੀਂ ਮਿਲੇਗਾ। ਪਰ ਸਾਡੀ ਹਾਲਤ ਐਸੀ ਹੈ, ਅਸੀਂ ਆਖਦੇ ਵੀ ਮੈਂ ਦੁੱਖ ਦੇ ਵੇਲੇ ਕੋਈ ਦਾਨ ਪੁੰਨ ਤੇ ਕਰਾਂ, ਮੇਰਾ ਦੁੱਖ ਵੀ ਟਲ ਜਾਏ। ਜਦੋਂ ਦੁੱਖ ਟਲ ਜਾਵੇ, ਉਹ ਜਿਹੜਾ ਦਾਨ ਪੁੰਨ ਕੀਤਾ ਉਹਦਾ ਮੈਨੂੰ ਫਿਰ ਦੁਬਾਰਾ ਫਲ ਵੀ ਮਿਲੇ, ਪਰਲੋਕ ਦੇ ਵਿੱਚ ਮੈਨੂੰ ਸੁੱਖ ਮਿਲੇ। ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ। ਬੱਧਾ ਚੱਟੀ ਜੋ ਭਰੈ। ਰੋਗ ਦਾ ਬੱਧਾ ਹੋਇਆ ਜਿਹੜਾ ਬੰਦਾ ਚੱਟੀਆਂ ਭਰਦਾ ਹੈ, ਰੋਗ ਦੇ ਵਿੱਚ ਪੈ ਕੇ, ਬਿਮਾਰੀ ਵਿੱਚ ਪੈ ਕੇ, ਫਿਰ ਤੇ ਸਾਰਿਆਂ ਨੂੰ ਰੱਬ ਯਾਦ ਆਉਂਦਾ ਹੈ। ਤੰਦਰੁਸਤ ਜਦੋਂ ਬੰਦਾ ਹੁੰਦਾ ਨਾ, ਉਦੋਂ ਬੰਦਾ ਰੱਬ ਨੂੰ ਵੀ ਮਖੌਲ ਕਰਦਾ ਹੈ, ਧਾਰਮਿਕ ਸਥਾਨਾਂ ਦੇ ਉੱਪਰ ਵੀ ਟੀਚਰ ਕਰਦਾ, ਬਦਫੈਲੀ ਕਰਦਾ, ਮਾੜਾ ਚੰਗਾ ਬੋਲਦਾ। ਪਰ ਜਦੋਂ ਬਿਮਾਰ ਹੁੰਦਾ ਨਾ, ਫਿਰ ਉਹਨੂੰ ਸ਼ਰਧਾ ਵੀ ਆ ਜਾਂਦੀ ਹੈ, ਫਿਰ ਉਸ ਨੂੰ ਬਚਨ ਮੰਨਣ ਦਾ ਵੀ ਪਤਾ ਲੱਗ ਜਾਂਦਾ। ਪਰ ਪਾਤਸ਼ਾਹ ਕਹਿਣ ਲੱਗੇ ਜਦੋਂ ਰੋਗ ਦਾ ਬੱਧਾ ਹੋਇਆ ਫਿਰ ਚੱਟੀਆਂ ਭਰਦਾ ਨਾ, ਦਾਨ ਪੁੰਨ ਵੀ ਕਰਦਾ। ਜਿਹੜੇ ਬੰਦੇ ਨੇ ਕਦੇ ਰੁਪਈਆ ਨਹੀਂ ਕੱਢਿਆ ਜੇਬ 'ਚ, ਉਹ ਵੀ ਫਿਰ 100 ਦਾ ਨੋਟ ਕੱਢ ਹੀ ਖਲੋਂਦਾ ਵੀ ਚਲੋ ਇਹ ਵੀ ਦੇ ਦਈਏ, ਰੋਗ ਤੋਂ ਬਚੀਏ, ਬਿਮਾਰੀ ਤੋਂ ਬਚੀਏ। ਮਹਾਰਾਜ ਕਹਿਣ ਲੱਗੇ ਵੀ ਗੁਣ ਤੇ ਹੋ ਸਕਦਾ ਵੀ ਚਲੋ ਤੂੰ ਆਪਣੇ ਸਮੇਂ 'ਤੇ ਉਹਨੂੰ ਦਾਨ ਕਰ ਦਿੱਤਾ ਹੈ, ਪਰ ਨਾ ਪਾਰੋਪਕਾਰ, ਉਹ ਪਾਰੋਪਕਾਰ ਨਹੀਂ ਹੈ, ਉਹਦਾ ਫਲ ਤੈਨੂੰ ਬਾਅਦ ਵਿੱਚ ਕੋਈ ਨਹੀਂ ਮਿਲਣਾ ਹੈ। ਉਹਨੇ ਰੋਗ ਠੀਕ ਕਰਤਾ, ਇੰਨਾ ਹੀ ਬੜਾ ਹੈ। ਜੇ ਤੂੰ ਆਖੇ ਵੀ ਹੁਣ ਪਰਲੋਕ ਵਿੱਚ ਵੀ ਮੈਨੂੰ ਉੱਥੇ ਬਿਸਤਰਾ ਦਿਓ, ਮੈਨੂੰ ਸੁੱਖ ਮਿਲਣ, ਉੱਥੇ ਸੇਵਾਦਾਰ ਮਿਲਣ, ਉਹ ਨਹੀਂ ਤੈਨੂੰ ਮਿਲਣੇ ਹਨ, ਕਿਉਂਕਿ ਤੂੰ ਕੀਤੇ ਆਪਣੇ ਪੁੰਨ ਦਾ ਫਲ ਉਹ ਛਕ ਲਿਆ ਹੈ। ਖੁਸ਼ੀ ਸਵਾਰੀਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੇ ਕਾਰਜ ਕੀਤੇ ਹੋਏ, ਜਿਹੜੇ ਕਾਰਜ ਨਿਸ਼ਕਾਮ ਹੋ ਕੇ ਕੀਤੇ, ਦਾਨ ਪੁੰਨ ਕਰਨਾ ਮਾੜਾ ਨਹੀਂ ਹੈ, ਪਰ ਦਾਨ ਪੁੰਨ ਕਰ ਨਿਸ਼ਕਾਮ ਹੋ ਕੇ। ਜ਼ਰੂਰੀ ਨਹੀਂ ਕਿ ਮੈਂ ਬਿਮਾਰ ਹੋਵਾਂਗਾ ਤੇ ਫਿਰ ਹੀ ਦਾਨ ਕਰਨਾ ਹੈ। ਜ਼ਰੂਰੀ ਇਹ ਨਹੀਂ ਕਿ ਅੱਜ ਫਲਾਣਾ ਦਿਨ ਹੈ ਤੇ ਅੱਜ ਮੈਂ ਦਾਨ ਕਰ ਦੇਵਾਂ, ਅੱਜ ਮੇਰੇ ਪਿਤਰਾਂ ਦਾ ਦਿਨ ਆ ਗਿਆ,
ਅੱਜ ਬਾਪੂ ਦੀ ਬਰਸੀ, ਅੱਜ ਬੇਬੇ ਦੀ ਬਰਸੀ ਹੈ, ਇਸ ਦਿਨ ਦਾਨ ਕਰਾਂ, ਨਹੀਂ। ਆਪਣੀ ਮਰਜ਼ੀ ਦੇ ਨਾਲ, ਆਪਣੀ ਖੁਸ਼ੀ ਦੇ ਨਾਲ ਜਦੋਂ ਮਰਜ਼ੀ ਦਾਨ ਕਰ, ਔਰ ਜਿੰਨਾ ਮਰਜ਼ੀ ਕਰ, ਔਰ ਨਿਸ਼ਕਾਮ ਹੋ ਕੇ ਕਰ। ਕਦੇ ਕਾਮਨਾ ਨਾ ਰੱਖ ਵੀ ਮੈਂ ਇੰਨਾ ਕੁਝ ਚੜਾਵਾਂਗਾ, ਦੇਵਾਂਗਾ ਤੇ ਮੇਰਾ ਰੋਗ ਦੂਰ ਹੋ ਜਾਵੇ, ਨਹੀਂ। ਇਸ ਗੱਲ ਤੋਂ ਪਰੇ ਹੋ ਕੇ ਦਾਨ ਪੁੰਨ ਕਰ, ਖੁਸ਼ੀ ਦੇ ਨਾਲ, ਮਰਜ਼ੀ ਦੇ ਨਾਲ। ਤੇ ਪਾਤਸ਼ਾਹ ਕਹਿੰਦੇ ਹਨ, ਨਾਨਕ ਕਾਰਜ ਸਾਰ। ਫਿਰ ਤੇਰੇ ਉਹ ਜਿਹੜਾ ਕਾਰਜ ਹੈ ਨਾ ਦਾਨ ਪੁੰਨ ਕਰਨ ਵਾਲਾ, ਉਹ ਤੇਰਾ ਫਿਰ ਸਫਲਾ ਹੈ, ਫਿਰ ਠੀਕ ਹੈ, ਫਿਰ ਤੈਨੂੰ ਫਲ ਮਿਲੇਗਾ। ਜੇ ਤੂੰ ਚਾਹਣਾ ਨਾ ਵੀ ਪਰਲੋਕ ਦੇ ਵਿੱਚ ਮੈਨੂੰ ਪੁੰਨ ਦਾਨ ਦਾ ਫਲ ਮਿਲੇ, ਫਲ ਮਿਲੇਗਾ, ਪਰ ਮਿਲੇਗਾ ਉਦੋਂ ਜਦੋਂ ਨਿਸ਼ਕਾਮ ਹੋ ਕੇ ਕਰੇਗਾ। ਨਿਸ਼ਕਾਮ ਹੋਣਾ ਕੀ ਹੈ? ਆਪਾਂ ਦੁਕਾਨ ਤੇ ਚਲੇ ਗਏ, ਸੁਨਿਆਰੇ ਕੋਲ ਚਲੇ ਗਏ, ਆਪਾਂ ਉਹਨੂੰ ਪੈਸੇ ਦੇ ਕੇ ਆਏ ਪਰ ਲੈ ਕੇ ਕੁਝ ਨਹੀਂ ਆਏ। ਉਹਨੂੰ ਆਖਿਆ ਜਦੋਂ ਲੋੜ ਪਵੇਗੀ ਅਸੀਂ ਲੈ ਲਵਾਂਗੇ। ਜਦੋਂ ਸਾਨੂੰ ਲੋੜ ਪਈ ਅਸੀਂ ਗਏ, ਉਹਨੇ ਸਾਡੀ ਮਾਇਆ ਜਮ੍ਹਾਂ ਕੀਤੀ, ਸਾਨੂੰ ਦੇ ਦਿੱਤੀ, ਅਸੀਂ ਵਰਤ ਲਈ। ਪਰ ਜੇ ਅਸੀਂ ਉਹਨੂੰ ਪੈਸਾ ਖਰਚ ਕੇ ਸੋਨਾ ਖਰੀਦ ਲਿਆਈਏ ਤੇ ਬਾਅਦ ਵਿੱਚ ਆਖੀਏ ਵੀ ਲਿਆ ਸਾਡਾ ਪੈਸਾ ਵੀ ਦੇ, ਫਿਰ ਤੇ ਨਹੀਂ ਨਾ ਮਿਲੇਗਾ। ਇਸ ਕਰਕੇ ਪੁੰਨ ਦਾਨ ਕਰਨਾ ਠੀਕ ਹੈ, ਪਰ ਨਿਸ਼ਕਾਮ ਹੋ ਕੇ, ਕਾਮਨਾ ਕੋਈ ਨਾ ਰੱਖੇ, ਫਿਰ ਇਹ ਪੁੰਨ ਦਾਨ ਸਫਲਾ ਹੈ, ਫਿਰ ਇਹਦਾ ਪਰਲੋਕ ਵਿੱਚ ਸੁਖ ਮਿਲਦਾ ਹੈ। ਪਾਲਾ ਦੂਜਾ ਮਨ ਹਠ ਤਰਫ ਨਾ ਜਿਪਈ, ਜੇ ਬਹੁਤਾ ਘਾਲੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਦਾ ਹਠ। ਹਠ ਕੀ ਹੁੰਦਾ ਗੁਰਮੁਖੋ? ਜਿੱਦ ਆਪਾਂ ਕਹਿ ਦਿੰਦੇ ਨਾ ਵੀ ਆਹ ਬੰਦਾ ਬੜਾ ਜਿੱਦੀ ਹੈ, ਇਹ ਕਹਿੰਦਾ ਵੀ ਆਹ ਕੰਮ ਤੇ ਮੈਂ ਕਰਨਾ ਹੀ ਕਰਨਾ ਹੈ, ਕਈਆਂ ਦਾ ਸੁਭਾਅ ਹੁੰਦਾ, ਉਹਨੂੰ ਕਹਿੰਦੇ ਮਨ ਹਠ, ਮਨ ਦੀ ਜਿੱਦ ਕਰਨ ਵਾਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਦੀ ਜਿੱਦ ਕਰਕੇ ਜੇ ਬਹੁਤਾ ਘਾਲੇ, ਜੇ ਤੂੰ ਬਹੁਤੇ ਤਾਪ ਵੀ ਕਰ ਲਵੇਂ, ਮੈਂ ਗਰਮੀ ਤੋਂ ਨਹੀਂ ਡਰਦਾ, ਮੈਂ ਅੱਗ ਤੋਂ ਨਹੀਂ ਡਰਦਾ, ਮੈਂ ਤੇ ਸੇਕ ਲਵਾਂਗਾ ਆਪਣੇ ਸਰੀਰ ਦੇ ਉੱਪਰ ਔਰ ਤਾਪ ਕਰਾਂਗਾ, ਕਰ ਲਿਆ ਤਾਪ। ਕਈਆਂ ਬੰਦਿਆਂ ਦੀ ਜਿੱਦ ਹੁੰਦੀ ਹੈ ਠੰਡ ਜਿੰਨੀ ਮਰਜ਼ੀ ਹੋਵੇ ਮੈਂ ਠੰਡੇ ਪਾਣੀ 'ਚ ਖਲੋ ਕੇ ਜਾਪ ਕਰਾਂਗਾ, ਮੈਨੂੰ ਠੰਡ ਕੁਝ ਨਹੀਂ ਕਹਿੰਦੀ ਹੈ। ਮਨ ਦੀ ਜਿੱਦ ਕਰਕੇ ਠੰਡੇ ਪਾਣੀ 'ਚ ਵੜ ਗਿਆ, ਮੰਤਰਾਂ ਦਾ ਜਾਪ ਕਰਦਾ ਰਿਹਾ। ਮਨ ਹਠ, ਮਨ ਦਾ ਹਠ ਕਰਕੇ ਜੇ ਬਹੁਤਾ ਘਾਲੇ, ਜੇ ਕੋਈ ਬਹੁਤਾ ਤਾਪ ਵੀ ਕਰਦਾ ਨਾ ਗਰਮੀ ਸਰਦੀ ਦੇ ਵਿੱਚ, ਤਰਫ ਨਾ ਜੇ ਪਈ, ਪਰ ਵਿਕਾਰਾਂ ਦੀ ਤਰਫੋਂ ਤੂੰ ਜਿੱਤ ਨਹੀਂ ਸਕਦਾ ਹੈ। ਇਹ ਨਹੀਂ ਵੀ ਤੂੰ ਅੱਗ ਦੇ ਕੋਲ ਖੜ ਕੇ ਬੜਾ ਤਾਪ ਕੀਤਾ ਤੇ ਕਾਮ ਤੋਂ ਜਿੱਤ ਗਿਆ, ਲੋਭ ਤੋਂ ਜਿੱਤ ਗਿਆ, ਨਹੀਂ। ਉਹਨਾਂ ਦੇ ਫੁਰਨੇ ਉਸੇ ਤਰ੍ਹਾਂ ਹੀ ਬਣੇ ਹੋਏ। ਜੇ ਕੋਈ ਬੰਦਾ ਆਖੇ ਵੀ ਸਿਆਲ ਦੀ ਠੰਡੀ ਰੁੱਤ ਮੈਂ ਠੰਡੇ ਪਾਣੀ 'ਚ ਖਲੋਤਾ ਰਿਹਾ ਇੰਨੇ ਸਾਲ, ਇੰਨਾ ਮੰਤਰ ਪੜ੍ਹੇ, ਜਪ ਕੀਤਾ, ਮੈਂ ਕਾਮ ਨੂੰ ਜਿੱਤ ਲਿਆ, ਨਹੀਂ ਭਾਈ, ਜਿੱਤਿਆ ਨਹੀਂ ਗਿਆ ਹੈ। ਇਹ ਕਾਮ, ਕ੍ਰੋਧ, ਲੋਭ, ਮੋਹ ਬੜੇ ਭਾਰੀ ਨੇ, ਬੜੇ ਵੱਡੇ ਨੇ, ਜਿੱਤਿਆ ਨਹੀਂ ਜਾਂਦਾ। ਮਨ ਦੀ ਜਿੱਦ ਕਰਕੇ ਕਦੇ ਵਕਾਰ ਨਹੀਂ ਜਿੱਤੇ ਜਾਂਦੇ। ਜਿਨ੍ਹਾਂ ਨੇ ਇਹ ਯਤਨ ਕੀਤਾ ਉਹ ਵਕਾਰ ਭੋਗਦੇ ਦੁਨੀਆ ਨੇ ਵੇਖੇ। ਲੰਮੀ ਵਿਚਾਰ ਹੈ, ਸਮਾਂ ਸੀਮਤ ਹੈ। ਮਹਾਰਾਜ ਕਹਿਣ ਲੱਗੇ ਭਾਈ ਮਨ ਦਾ ਹੱਠ ਕਰਕੇ ਕੋਈ ਬਹੁਤੀ ਘਾਲਣਾ ਵੀ ਘਾਲ ਲਵੇ ਤਾਂ ਵੀ ਇਹਨਾਂ ਵਕਾਰਾਂ ਨੂੰ ਜਿੱਤ ਨਹੀਂ ਸਕਦਾ ਹੈ। ਇਹਨਾਂ ਵਕਾਰਾਂ ਦੀ ਤਰਫੋਂ ਜਿੱਤ ਨਹੀਂ ਹੁੰਦੀ ਹੈ। ਤਰਫ ਜਿਣੈ ਸਤ ਭਾਉ ਦੇ, ਜਾਂ ਨਾਨਕ ਸ਼ਬਦ ਵਿਚਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੇ ਗੁਰੂ ਦਾ ਸ਼ਬਦ ਲੈ ਕੇ, ਸ਼ਬਦ ਕਹੀਏ ਉਪਦੇਸ਼ ਲੈ ਕੇ ਜੇ ਵਿਚਾਰ ਕਰੇਗਾ। ਹੁਣ ਆਪਾਂ ਉਪਦੇਸ਼ ਹੀ ਲੈ ਰਹੇ ਨਾ, ਬਚਨ ਤੇ ਗੁਰੂ ਅੰਗਦ ਸਾਹਿਬ ਦੇ ਨਾ, ਆਪਾਂ ਤੇ ਕੇਵਲ ਸੁਣਾ ਹੀ ਰਹੇ ਹਾਂ ਨਾ। ਉਪਦੇਸ਼ ਤੇ ਗੁਰੂ ਦਾ ਹੈ ਨਾ ਜਿਹੜਾ ਆਪਾਂ ਸੁਣਦੇ ਪਏ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਦਾ ਵਿਚਾਰ, ਗੁਰੂ ਦਾ ਉਪਦੇਸ਼ ਲੈ ਕੇ ਪਾਤਸ਼ਾਹ ਕਹਿਣ ਲੱਗੇ ਸਤ ਭਾਉ ਦੇ, ਜਿਹੜਾ ਸਤ ਚੇਤਨ ਆਨੰਦ ਸਰੂਪ ਪਰਮਾਤਮਾ ਹੈ, ਜਦੋਂ ਉਹਦੇ ਨਾਲ ਭਾਉ ਕਹੀਏ ਪ੍ਰੇਮ ਕਰੇਗਾ, ਗੁਰੂ ਦਾ ਸ਼ਬਦ ਵਿਚਾਰ ਕੇ ਜਦੋਂ ਪਰਮਾਤਮਾ ਨਾਲ ਪ੍ਰੇਮ ਕਰੇਗਾ, ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਫਿਰ ਕੀ ਹੋਵੇਗਾ? ਉਹ ਪਾਤਸ਼ਾਹ ਨੇ ਬਚਨ ਇੱਥੇ ਬਖਸ਼ਿਸ਼ ਕੀਤਾ, ਕਹਿਣ ਲੱਗੇ ਤਰਫ ਜਿਣੈ, ਫਿਰ ਤੂੰ ਇਹਨਾਂ ਵਕਾਰਾਂ ਦੀ ਤਰਫੋਂ ਜਿੱਤ ਜਾਏਗਾ, ਫਿਰ ਤੈਨੂੰ ਵਕਾਰ ਢਾ ਨਹੀਂ ਸਕਣਗੇ। ਹਾਂ, ਜੇ ਤੂੰ ਮਨ ਦੀ ਜਿੱਦ ਕਰਕੇ ਆਖੇ ਵੀ ਮੈਂ ਅੱਗ ਦੇ ਕੋਲ ਬਹਿ ਕੇ ਪਾਣੀ ਦੇ ਵਿੱਚ ਬੈਠ ਕੇ ਮੰਤਰ ਪੜਾਂਗਾ ਤੇ ਵਕਾਰ ਜਿੱਤਾਂਗਾ, ਨਹੀਂ ਜਿੱਤੇ ਜਾਣੇ। ਪਰ ਜੇ ਤੂੰ ਗੁਰੂ ਦਾ ਸ਼ਬਦ ਲੈ ਕੇ, ਉਪਦੇਸ਼ ਲੈ ਕੇ ਪਰਮਾਤਮਾ ਨਾਲ ਪ੍ਰੇਮ ਕਰੇਗਾ ਤੇ ਫਿਰ ਪਾਤਸ਼ਾਹ ਕਹਿਣ ਲੱਗੇ ਤਰਫ ਜਿਣੈ, ਇਹਨਾਂ ਵਕਾਰਾਂ ਦੀ ਤਰਫੋਂ ਜਿੱਤ ਜਾਏਗਾ। ਫਿਰ ਬਖਸ਼ਿਸ਼ ਕਰਦੇ ਹਨ ਤਰਫ ਜਿਣੈ ਸਤ ਭਾਉ ਦੇ,
ਜਨ ਨਾਨਕ ਸ਼ਬਦ ਵਿਚਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਪ੍ਰਮਾਤਮਾ ਦੇ ਨਾਲ ਪ੍ਰੇਮ ਕਰੇਗਾ ਤਰਫ ਜਿਣੈ, ਫਿਰ ਪ੍ਰਮਾਤਮਾ ਦੀ ਤਰਫ ਤੂੰ ਜਾਣ ਲਵੇਂਗਾ। ਪ੍ਰਮਾਤਮਾ ਨੂੰ ਜਾਣ ਲਵੇਂਗਾ, ਉਹਦੀ ਤਰਫ ਜਾਣ ਲਵੇਂਗਾ, ਉਹਦੇ ਰਾਹ ਨੂੰ ਪਛਾਣ ਲਵੇਂਗਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਐਸੀ ਦਾਤ ਮਿਲ ਜਾਂਦੀ ਹੈ। ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ। ਜਿਸ ਕਰਤੇ ਅਕਾਲ ਪੁਰਖ ਨੇ ਦੁਨੀਆ ਪੈਦਾ ਕੀਤੀ ਹੈ, ਉਹ ਪੈਦਾ ਕਰਕੇ ਸਾਰਿਆਂ ਦੇ ਦੁੱਖ ਸੁੱਖ ਨੂੰ ਜਾਣਦਾ ਹੈ। ਆਪੇ ਸ੍ਰੇਸ਼ਟ ਪਾਈਨ ਆਪੇ ਫੁਨ ਗੋਈ। ਉਹ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਆਪ ਹੀ ਫੁਨ ਗੋਈ, ਆਪ ਹੀ ਇਸ ਨੂੰ ਕਹੀਏ ਸਮਾਪਤ ਕਰਦਾ। ਬਣਾਉਣ ਵਾਲਾ, ਜਨਮ ਦੇਣ ਵਾਲਾ ਵੀ ਆਪ ਹੈ, ਮਾਰਨ ਵਾਲਾ ਵੀ ਉਹ ਆਪ ਹੈ। ਜੁਗ ਚਾਰੇ ਸਭ ਥਕ ਥਕ ਭਵ ਥਕੀ ਕਿਨ ਕੀਮਤ ਹੋਈ। ਇਹ ਜਿਹੜੀ ਦੁਨੀਆ ਹੈ ਨਾ, ਆਪਾਂ ਇਹ ਨਹੀਂ ਵੀ ਸਿੱਧਾ ਅਸੀਂ ਪਰਮੇਸ਼ਰ ਤੋਂ ਇੱਥੇ ਜਨਮ ਮਨੁੱਖਾ ਜਨਮ ਦੇ ਵਿੱਚ ਆ ਗਿਆ, ਨਹੀਂ। ਸਾਨੂੰ 4 ਯੁੱਗ ਹੋ ਗਏ ਨੇ ਜਨਮ ਲੈਂਦੇ ਆ। ਸਤਿਯੁਗ ਤੋਂ ਦੁਨੀਆ ਸ਼ੁਰੂ ਹੋਈ, ਕਲਯੁਗ ਚੱਲਦਾ ਪਿਆ। 4 ਯੁੱਗਾਂ ਦੀ ਚੌਂਕੜੀ ਨਿਬੜ ਗਈ ਹੈ। ਐਸੀਆਂ 4 ਕਈ ਚੌਂਕੜੀਆਂ ਨਿਬੜ ਗਈਆਂ। ਇਹ ਨਹੀਂ ਵੀ 4 ਹੀ ਯੁੱਗ ਨੇ, 4 ਯੁੱਗਾਂ ਦੀ ਤੇ ਇੱਕ ਚੌਂਕੜੀ ਹੈ। ਐਸੀਆਂ ਚੌਂਕੜੀਆਂ ਪਤਾ ਨਹੀਂ ਕਿੰਨੀਆਂ ਕੁ ਚਲੇ ਗਈਆਂ। ਯੁੱਗ ਚਾਰੇ ਸਭ ਭਵ ਥੱਕੀ, ਇਹ ਸਾਰੀ ਦੁਨੀਆ 4 ਯੁੱਗਾਂ ਵਿੱਚ ਜਨਮ ਲੈਂਦਿਆਂ ਥੱਕ ਚੁੱਕੀ ਹੈ। ਕਿਨ ਕੀਮਤ ਹੋਈ, ਉਸ ਪਰਮਾਤਮਾ ਦੀ ਕਿਸੇ ਕੋਲੋਂ ਕੀਮਤ ਨਹੀਂ ਪਾਈ ਗਈ, ਅੰਤ ਨਹੀਂ ਪਾਇਆ ਗਿਆ। ਉਹ ਪਰਮਾਤਮਾ ਬੇਅੰਤ ਹੈ, ਪਰ ਜਿਹੜੇ ਸ਼ਰਨ ਵਿੱਚ ਆ ਗਏ ਉਹ ਕੀਮਤੀ ਬਣ ਜਾਂਦੇ ਹਨ। ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ। ਕਿਨ ਕੀਮਤ ਹੋਈ, ਉਸ ਦਾ ਅੰਤ ਕਿਹਦੇ ਕੋਲੋਂ ਹੋਇਆ ਹੈ? ਨਹੀਂ, ਕਿਸੇ ਕੋਲੋਂ ਨਹੀਂ ਹੋਇਆ। ਉਹ ਪਰਮਾਤਮਾ ਬੇਅੰਤ ਹੈ। ਸਤਿਗੁਰ ਏਕ ਵਿਖਾਲਿਆ। ਜੇ ਗੁਰੂ ਦੇ ਕੋਲ ਚਲੇ ਜਾਵਾਂਗੇ, ਗੁਰੂ ਫਿਰ ਇੱਕ ਪਰਮਾਤਮਾ ਨੂੰ ਵਿਖਾ ਦੇਵੇਗਾ। ਉਹ ਗੁਰਮੁਖ ਫਿਰ ਮਨ ਕਰਕੇ ਤਨ ਕਰਕੇ ਸੁਖੀ ਹੁੰਦੇ ਹਨ। ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖ ਜਿਹੜੇ ਨੇ ਸਦਾ ਉਹਨੂੰ ਸਲਾਉਂਦੇ ਨੇ। ਕਰਤਾ ਜੋ ਕਰਦਾ ਹੈ ਉਹ ਚੰਗਾ ਕਰਦਾ ਹੈ। ਸ਼ਲੋਕ ਮਹਲਾ ਦੂਜਾ। ਜਿਨਾ ਭਉ ਤਿਨ ਨਾਹੀ ਭਉ, ਮੁਚ ਭਉ ਨਿਭਵਾ ਵਿਆਹੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਭਉ, ਜਿਨ੍ਹਾਂ ਨੂੰ ਰੱਬ ਦਾ ਡਰ ਹੈ, ਪਰਮੇਸ਼ਰ ਦਾ, ਤਿੰਨ ਨਾਹੇ ਭਉ, ਉਹਨਾਂ ਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ, ਜਮਾਂ ਦਾ ਡਰ ਨਹੀਂ ਰਹਿੰਦਾ। ਜਿਨ੍ਹਾਂ ਭਉ, ਜਿਨ੍ਹਾਂ ਨੂੰ ਰੱਬ ਦਾ ਡਰ ਹੈ, ਤਿੰਨ ਭਉ ਨਾਹੇ, ਉਹਨਾਂ ਨੂੰ ਫਿਰ ਮੌਤ ਦਾ ਡਰ ਨਹੀਂ ਹੈ। ਅੱਗੇ ਬਚਨ ਕਰਦੇ ਭਉ ਮੁਚ ਨੇ ਭਵਿਆ ਹੈ। ਜਿਨ੍ਹਾਂ ਨੂੰ ਰੱਬ ਦਾ ਡਰ ਨਹੀਂ ਹੈ, ਰੱਬ ਦੇ ਡਰ ਤੋਂ ਰਹਿਤ। ਕੌਣ ਰੱਬ? ਕਿਹੜਾ ਪਰਮੇਸ਼ਰ? ਮੈਂ ਨਹੀਂ ਜਾਣਦਾ। ਜਿਹੜੇ ਰੱਬ ਦੇ ਡਰ ਤੋਂ ਰਹਿਤ ਹੋ ਜਾਂਦੇ, ਉਹਨਾਂ ਨੂੰ ਫਿਰ ਜਮਾਂ ਦਾ ਬਹੁਤਾ ਡਰ ਰਹਿੰਦਾ ਹੈ, ਮੌਤ ਦਾ ਬਹੁਤਾ ਡਰ ਹੈ, ਜਮਾਂ ਦੀ ਬਹੁਤੀ ਮਾਰ ਪੈਂਦੀ। ਗੁਰਮੁਖੋ ਸਿੱਧਾ ਜਿਹਾ ਬਚਨ ਸਮਝਣ ਵਾਸਤੇ, ਜਿਨ੍ਹਾਂ ਨੂੰ ਰੱਬ ਦਾ ਡਰ ਹੈ ਉਹਨਾਂ ਨੂੰ ਮੌਤ ਦਾ ਡਰ ਨਹੀਂ। ਜਿਨ੍ਹਾਂ ਨੂੰ ਰੱਬ ਦਾ ਡਰ ਨਹੀਂ ਹੈ ਉਹ ਮੌਤ ਤੋਂ ਵੀ ਡਰਦੇ, ਜਮਾਂ ਤੋਂ ਵੀ ਡਰਦੇ, ਜ਼ਿੰਦਗੀ ਤੋਂ ਵੀ ਡਰਦੇ, ਸਾਰੀ ਉਮਰ ਹੀ ਡਰਦੇ ਰਹਿੰਦੇ। ਐਸੀ ਉਹਨਾਂ ਦੀ ਹਾਲਤ ਹੈ। ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਗੁਰੂ ਦੀ ਦੀਵਾਨ ਕਹੀਏ ਸਤ ਸੰਗਤ ਵਿੱਚ ਗਿਆ ਹੈ ਤੋਂ ਭਾਵ ਗਿਆ ਹੈ। ਜਿਹੜਾ ਗੁਰੂ ਦੀ ਸਤ ਸੰਗਤ ਵਿੱਚ ਚਲੇ ਜਾਂਦਾ ਹੈ ਉਹਨੂੰ ਕੀ ਪ੍ਰਾਪਤ ਹੁੰਦਾ ਹੈ? ਉਹਨੂੰ ਇਹ ਭੇਦ ਮਾਲੂਮ ਹੋ ਜਾਂਦਾ, ਉਹਨੂੰ ਸਮਝ ਪੈ ਜਾਂਦੀ ਹੈ। ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦਾ ਗਿਆਨ ਹੁੰਦਾ ਹੈ। ਮਹਲਾ ਦੂਜਾ। ਤੁਰਦੇ ਕੋ ਤੁਰਦਾ ਮਿਲੇ। ਸਤਿਗੁਰੂ ਕਹਿਣ ਲੱਗੇ ਤੁਰਨ ਵਾਲੇ ਪੁਰਸ਼ ਨੂੰ ਤੁਰਨ ਵਾਲਾ ਮਿਲਦਾ। ਆਪਾਂ ਕਿਤੇ ਸਫ਼ਰ ਤੇ ਜਾਈਏ ਨਾ, ਮਿਲਣਾ ਹੋਵੇ, ਹੁਣ ਗੱਡੀ ਵਾਲੇ ਦੇ ਨਾਲ ਤਾਂ ਨਹੀਂ ਨਾ ਮਿਲਿਆ ਜਾਣਾ। ਜਿਹੜਾ ਪੈਦਲ ਜਾਂਦਾ ਪਿਆ, ਅਸੀਂ ਪੈਦਲ ਚੱਲਦੇ ਥੋੜ੍ਹੇ ਜਿਹਾ ਕਾਹਲੀ ਪੈਰ ਪੱਟ ਕੇ ਉਹਦੇ ਨਾਲ ਮਿਲ ਜਾਂਦੇ ਹਾਂ। ਇਹ ਦੁਨੀਆ ਦੀ ਇੱਕ ਉਦਾਹਰਨ ਹੈ। ਕਹਿਣ ਲੱਗੇ ਤੁਰਨ ਵਾਲੇ ਨੂੰ ਤੁਰ ਕੇ ਤੁਰਨ ਵਾਲਾ ਮਿਲ ਜਾਂਦਾ ਹੈ। ਉੱਡਦੇ ਕੋ ਉੜਤਾ। ਜਿਵੇਂ ਗੁਰਮੁਖੋ ਪੰਛੀ ਉੱਡਦੇ ਨੇ, ਪੰਛੀ ਉੱਡ ਕੇ ਇੱਕ ਦੂਜੇ ਨੂੰ ਮਿਲ ਜਾਂਦੇ ਹਨ। ਜੀਵਤੇ ਕੋ ਜੀਵਤਾ ਮਿਲੇ। ਗੁਰਮੁਖੋ ਜਿੰਨਾ ਚਿਰ ਆਪਾਂ ਜਿਉਂਦੇ ਹਨ ਉਹਨਾਂ ਚਿਰ ਹੀ ਆਪਣੀ ਇੱਕ ਦੂਜੇ ਨਾਲ ਹੈਲੋ ਹਾਏ ਹੈ, ਸਤਿ ਸ੍ਰੀ ਅਕਾਲ, ਉਹਨਾਂ ਚਿਰ ਹੀ ਆਪਾਂ ਮਿਲ ਸਕਦੇ, ਹੱਥ ਮਿਲਾ ਸਕਦੇ, ਗਲ ਮਿਲ ਸਕਦੇ। ਇਹ ਜਿਉਂਦਿਆਂ ਦੇ ਸਾਰੇ ਮੇਲੇ ਹਨ, ਜਿਉਂਦਿਆਂ ਹੀ ਮਿਲਾਪ ਹੁੰਦੇ ਹਨ। ਮੂਏ ਕੋ ਮੂਆ। ਜਦੋਂ ਬੰਦਾ ਮਰ ਜਾਂਦਾ ਹੈ ਨਾ ਤੇ ਪਿਤਰਾਂ ਨੂੰ ਪਿੱਤਰ ਮਿਲ ਜਾਂਦੇ, ਮਰਿਆਂ ਨੂੰ ਮਰੇ ਮਿਲ ਜਾਂਦੇ।
ਆਪਾਂ ਕਈ ਵਾਰ ਵੇਖਦੇ ਆ ਨਾ, ਕਿਸੇ ਬੰਦੇ ਦੀ ਉਮਰਾਂ ਮੁੱਕ ਜਾਏ, ਥੋੜੀ ਰਹਿ ਜਾਏ, ਉਹ ਮਰਿਆਂ ਨੂੰ ਯਾਦ ਕਰਨ ਲੱਗ ਪੈਂਦਾ ਹੈ, ਫਲਾਣਾ ਇਸ ਤਰ੍ਹਾਂ ਦਾ ਹੁੰਦਾ ਸੀ। ਜਾਂ ਉਹ ਗੱਲਾਂ ਗੱਲਾਂ ਵਿੱਚ ਇਹ ਵੀ ਕਹਿ ਦਿੰਦਾ, ਮੈਨੂੰ ਫਲਾਣਾ ਦਿਸਦਾ ਹੈ, ਫਲਾਣਾ ਮੈਨੂੰ ਲੈਣ ਆਉਂਦਾ ਪਿਆ ਹੈ। ਆਪਾਂ ਆਮ ਹੀ ਇਹ ਗੱਲਾਂ ਸੁਣ ਲੈਂਦੇ, ਕਹਿਣ ਲੱਗੇ ਮਰੇ ਬੰਦੇ ਨੂੰ ਮਰਿਆ ਜਾ ਕੇ ਮਿਲ ਪੈਂਦਾ ਹੈ, ਉਹਨਾਂ ਦੀ ਆਪਣੀ ਗੈਂਗ ਬਣ ਜਾਂਦੀ ਹੈ, ਆਪਣਾ ਉਹਨਾਂ ਦਾ ਉੱਥੇ ਟੋਲਾ ਬਣ ਜਾਂਦਾ ਹੈ, ਮਰੇ ਹੋਏ ਨੂੰ ਜਾ ਕੇ ਮਰਿਆ ਹੋਇਆ ਮਿਲਦਾ ਹੈ। ਨਾਨਕ ਸੋ ਸਲਾਹੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਇਸ ਤਰ੍ਹਾਂ ਦਾ ਹੈ ਭਾਈ ਇਹ ਵਰਤਾਰਾ। ਫਿਰ ਇਸੇ ਸ਼ਬਦ ਨੂੰ ਬਖਸ਼ਿਸ਼ ਕਰਦੇ ਹਨ, ਤੁਰਦੇ ਕੋ ਤੁਰਦਾ ਮਿਲੇ। ਗੁਰਮੁਖੋ ਤੁਰਨ ਤੋਂ ਭਾਵ ਹੁੰਦਾ ਜਿਹੜਾ ਕਰਮਕਾਂਡੀ ਹੈ। ਕਰਮਕਾਂਡੀ ਕੀ ਹੈ? ਲੱਕੜਾਂ ਧੋ ਕੇ ਬਾਲਣੀਆਂ, ਮੈਂ ਵੱਖਰਾ ਪ੍ਰਸ਼ਾਦਾ ਬਣਾਉਣਾ ਹੈ, ਮੇਰੇ ਪ੍ਰਸ਼ਾਦੇ ਤੇ ਕਿਸੇ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ, ਕਿਸੇ ਦੇ ਹੱਥ ਨਹੀਂ ਲੱਗਣੇ ਚਾਹੀਦੇ, ਉਹਨੂੰ ਕਰਮਕਾਂਡੀ ਕਿਹਾ ਜਾਂਦਾ ਹੈ। ਵੀ ਇਹ ਕਰਮਕਾਂਡ ਵਿੱਚ ਬੜਾ ਵਿਸ਼ਵਾਸ ਰੱਖਦਾ ਹੈ। ਮਹਾਰਾਜ ਕਹਿਣ ਲੱਗੇ ਤੁਰਦੇ ਕੋ ਤੁਰਦਾ ਮਿਲੇ। ਕਰਮਕਾਂਡੀ ਨੂੰ ਕਰਮਕਾਂਡੀ ਮਿਲਦਾ ਹੈ, ਉਹ ਦੋਨੇ ਇੱਕ ਦੂਜੇ ਨੂੰ ਬੜਾ ਚੰਗਾ ਸਮਝਦੇ। ਕਰਮਕਾਂਡੀ ਨੂੰ ਕਰਮਕਾਂਡੀ ਚੰਗਾ ਲੱਗਦਾ ਹੈ। ਉੱਤੇ ਕੋ ਉੜਤਾ। ਤੇ ਗੁਰਮੁਖੋ ਇਸੇ ਤਰ੍ਹਾਂ ਜਿਹੜਾ ਉਪਾਸ਼ਨਾ ਕਰਨ ਵਾਲਾ ਹੈ, ਕਿਸੇ ਦੇਵੀ ਦੇਵਤੇ ਦੇ ਮੰਤਰ ਪੜ੍ਹਨ ਵਾਲਾ ਹੈ, ਉਪਾਸ਼ਨਾ ਕਰਦਾ ਪਿਆ ਹੈ, ਉਹਨੂੰ ਦੂਜਾ ਉਪਾਸ਼ਨਾ ਕਰਨ ਵਾਲਾ ਚੰਗਾ ਲੱਗਦਾ ਹੈ। ਉੱਤੇ ਕੋ ਜੀਵਤਾ ਮਿਲੇ। ਗੁਰਮੁਖੋ ਜਿਹੜਾ ਜੀਵਨ ਮੁਕਤ ਹੈ, ਉਸ ਜੀਵਨ ਮੁਕਤ ਸਾਧੂ ਨੂੰ ਜੀਵਨ ਮੁਕਤ ਹੀ ਸਾਧੂ ਚੰਗਾ ਲੱਗਦਾ ਹੈ। ਜੀਵਨ ਮੁਕਤ ਅਵਸਥਾ ਵਾਲਿਆਂ ਨੂੰ ਆਪਣੇ ਵਰਗੀ ਅਵਸਥਾ ਵਾਲਾ ਚੰਗਾ ਲੱਗਦਾ ਹੈ। ਹੋਏ ਕੋ ਮੂਆ। ਤੇ ਗੁਰਮੁਖੋ ਇਸੇ ਤਰ੍ਹਾਂ ਜਿਹੜਾ ਜੀਵਤੇ ਕੋ ਜੀਵਤਾ ਮਿਲੇ, ਅਸਲ ਵਿੱਚ ਗਿਆਨੀ ਜਿਉਂਦਾ ਹੈ। ਗਿਆਨੀ ਜਿਉਂਦਾ ਹੈ, ਗਿਆਨੀ ਨੂੰ ਗਿਆਨੀ ਚੰਗਾ ਲੱਗਦਾ ਹੈ। ਚਾਰ ਕਿਤਾਬਾਂ ਪੜ੍ਹ ਕੇ ਅੱਖਰ ਪੜ੍ਹਨ ਵਾਲੇ ਨੂੰ ਗਿਆਨੀ ਨਹੀਂ, ਗਿਆਨੀ ਜਿਹਨੂੰ ਪਰਮਾਤਮਾ ਦਾ ਗਿਆਨ ਹੋਇਆ ਉਹਨੂੰ ਗਿਆਨੀ ਆਖਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਜੀਵਤੇ ਕੋ ਜੀਵਤਾ ਮਿਲੇ। ਜਿਹੜਾ ਗਿਆਨੀ ਹੈ ਉਹ ਗਿਆਨੀ ਨੂੰ ਮਿਲ ਕੇ ਖੁਸ਼ ਹੁੰਦਾ ਹੈ। ਹੋਏ ਕੋ ਮੂਆ। ਤੇ ਜਿਹੜਾ ਜੀਵਨ ਮੁਕਤ ਹੈ ਉਹ ਜੀਵਨ ਮੁਕਤ ਵਾਲੇ ਨੂੰ ਮਿਲ ਕੇ ਖੁਸ਼ ਹੁੰਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਤੁਰਦੇ ਕੋ ਤੁਰਦਾ ਮਿਲੇ। ਜਿਹੜਾ ਕਰਮਕਾਂਡੀ ਹੈ ਉਹ ਕਰਮਕਾਂਡੀ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ। ਉੱਤੇ ਕੋਈ ਉੜਤਾ। ਇਸੇ ਤਰ੍ਹਾਂ ਜਿਹੜਾ ਦੂਸਰਾ ਵਚਨ ਕਰਦੇ, ਪ੍ਰਾਣਾਯਾਮ ਕਰਨ ਵਾਲੇ ਨੂੰ ਪ੍ਰਾਣਾਯਾਮ ਕਰਨ ਵਾਲਾ, ਜਿਹੜੇ ਸਿੱਧ ਆਪਣਾ ਸਵਾਸ ਚੜਾ ਲੈਂਦੇ ਨਾ ਤਾਂ ਪ੍ਰਾਣਾਯਾਮ ਕਰਦੇ, ਉਹਨਾਂ ਸਿੱਧਾਂ ਨੂੰ ਸਿੱਧ ਚੰਗੇ ਲੱਗਦੇ ਹਨ। ਜੀਵਤੇ ਕੋ ਜੀਵਤਾ ਮਿਲੇ। ਜਿਹੜਾ ਉਪਾਸ਼ਨਾ ਕਰਨ ਵਾਲਾ ਉਹਨੂੰ ਉਪਾਸ਼ਨਾ ਕਰਨ ਵਾਲੇ ਚੰਗੇ ਲੱਗਦੇ। ਹੋਏ ਕੋ ਮੂਆ। ਬ੍ਰਹਮ ਗਿਆਨੀ ਮਹਾਂਪੁਰਖ ਨੂੰ ਬ੍ਰਹਮ ਗਿਆਨੀ ਚੰਗਾ ਲੱਗਦਾ ਹੈ। ਸੋ ਬ੍ਰਹਮ ਗਿਆਨੀ ਜਿਹੜਾ ਮਹਾਤਮਾ ਹੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਨ। ਆਪਾਂ ਆਖਦੇ ਨੇ ਫਲਾਣਾ ਬ੍ਰਹਮ ਗਿਆਨੀ ਹੈ, ਇਹ ਸਾਡਾ ਝੂਠ ਹੈ, ਸਾਨੂੰ ਨਹੀਂ ਪਤਾ। ਕਿਵੇਂ ਨਹੀਂ ਪਤਾ? ਜਿਵੇਂ ਇੱਕ ਬੰਦਾ ਬਿਲਕੁਲ ਮੂਰਖ ਹੈ, ਉਹ ਕਿਸੇ ਦੀ ਨਬਜ਼ ਫੜ ਕੇ ਆਖੇ ਇਹਨੂੰ ਤੇ ਇਹ ਰੋਗ ਹੈ, ਲੋਕੀ ਹੱਸਣਗੇ ਨਾ ਵੀ ਇਹਨੂੰ ਤੇ ਆਪਣੇ ਆਪ ਦਾ ਨਹੀਂ ਪਤਾ ਰੋਗ ਇਹਨੇ ਕਿਵੇਂ ਲੱਭ ਲਿਆ ਹੈ। ਨਬਜ਼ ਫੜ ਕੇ ਰੋਗ ਲੱਭਣਾ ਵੈਦ ਨੂੰ, ਕਿਉਂਕਿ ਵੈਦ ਨੇ ਉਹ ਕੋਰਸ ਕੀਤਾ, ਉਹਦੇ ਕੋਲ ਤਜਰਬਾ ਹੈ। ਨਬਜ਼ ਫੜ ਕੇ ਰੋਗ ਵੈਦ ਲੱਭੇਗਾ। ਰਾਹ ਜਾਂਦਾ ਬੰਦਾ ਹੱਥ ਫੜ ਕੇ ਕਹਿ ਦੇਵੇ ਵੀ ਆਹ ਰੋਗ ਹੈ, ਉਹ ਮੂਰਖਤਾ ਹੈ। ਬ੍ਰਹਮ ਗਿਆਨੀ ਨੂੰ ਕੇਵਲ ਬ੍ਰਹਮ ਗਿਆਨੀ ਲੱਭ ਸਕਦਾ, ਅਸੀਂ ਨਹੀਂ ਲੱਭ ਸਕਦੇ। ਆਪਾਂ ਸੁਣੀ ਸੁਣਾਈ ਗੱਲ ਕਹਿ ਦਿੰਦੇ ਹਾਂ ਫਲਾਣਾ ਬ੍ਰਹਮ ਗਿਆਨੀ, ਸਾਨੂੰ ਕੀ ਪਤਾ? ਇੱਕ ਬ੍ਰਹਮ ਗਿਆਨੀ ਹੀ ਦੂਜੇ ਬ੍ਰਹਮ ਗਿਆਨੀ ਨੂੰ ਜਾਣ ਸਕਦਾ ਹੈ। ਸਤਿਗੁਰੂ ਜੀ ਦਾ ਬਚਨ ਵੀ ਆਪਾਂ ਇਹ ਪੜ੍ਹਦੇ ਆ ਨਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਨ। ਇੱਕ ਬ੍ਰਹਮ ਗਿਆਨੀ ਦੂਜੇ ਬ੍ਰਹਮ ਗਿਆਨੀ ਨੂੰ ਜਾਣਦਾ, ਉਹਦੇ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਕੌਣ ਬ੍ਰਹਮ ਗਿਆਨੀ ਹੈ ਕੌਣ ਨਹੀਂ। ਹੋ ਸਕਦਾ ਸਾਡੇ ਵਿੱਚ ਹੀ ਕੋਈ ਬ੍ਰਹਮ ਗਿਆਨੀ ਬੈਠਾ ਹੋਵੇ, ਪਰ ਸਾਨੂੰ ਪਤਾ ਨਹੀਂ ਹੈ। ਇਹ ਕੇਵਲ ਉਹਨੂੰ ਪਤਾ ਜਿਹੜਾ ਆਪ ਉਸ ਅਵਸਥਾ ਤੇ ਪਹੁੰਚਿਆ ਹੈ। ਨਾਨਕ ਸੋ ਸਲਾਹੀਏ। ਮਹਾਰਾਜ ਕਹਿਣ ਲੱਗੇ ਉਸ ਪਰਮਾਤਮਾ ਨੂੰ ਭਾਈ ਸਦਾ ਸਲਾਹੁਣਾ ਕਰੀਏ ਜਿਨ ਕਾਰਨ ਕੀਆ। ਜਿਸ ਨੇ ਸਾਰਾ ਸੰਸਾਰ ਬਣਾਇਆ ਹੈ। ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ
ਤੇ ਸੱਚੇ ਨਾਮ ਨੂੰ ਧਿਆਉਂਦੇ ਹਨ, ਉਹ ਗੁਰਮੁਖ ਸੱਚੇ ਹਨ। ਹਉਮੈ ਮਾਰ ਮਨ ਨਿਰਮਲਾ, ਉਹਨਾਂ ਨੇ ਹਉਮੈ ਮਾਰ ਕੇ ਤੇ ਮਨ ਨਿਰਮਲ ਕਰ ਲਿਆ ਹੈ। ਹਰਿ ਨਾਮ ਉਰ ਧਾਰੀ, ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਕੋਠੇ ਮੰਡਪ ਮਾੜੀਆਂ, ਗੁਰਮੁਖੋ ਕੋਠੇ ਹੁੰਦੇ ਕੱਚੇ, ਜਿੱਦਾਂ ਪਹਿਲਾਂ ਕੱਚੇ ਮਕਾਨ ਸਨ ਉਹਨਾਂ ਨੂੰ ਕੋਠੇ ਕਿਹਾ ਜਾਂਦਾ, ਮੰਡਪ ਕਿਹਾ ਜਾਂਦਾ ਜਿਹੜੇ ਪੱਕੀ ਇੱਟ ਦੇ ਮਕਾਨ ਨੇ, ਤੇ ਮਾੜੀਆਂ ਕਿਹਾ ਜਾਂਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਚੁਬਾਰਾ, 2 ਮੰਜ਼ਲਾ 4 ਮੰਜ਼ਲਾ, ਉਹਨੂੰ ਕਿਹਾ ਜਾਂਦਾ ਮਾੜੀਆਂ। ਕੱਚੇ ਕੋਠੇ, ਪੱਕੀ ਇੱਟ ਦੇ ਘਰ ਜਾਂ ਚੁਬਾਰੇ ਜਾਂ ਫਲੈਟ ਕਹਿ ਲਈਏ, ਇਹ ਜਿੰਨੇ ਵੀ ਬਣੇ ਹੋਏ ਹਨ, ਲੱਗ ਪਏ ਗਵਾਰੀ, ਮੂਰਖ ਬੰਦੇ ਇਹਨਾਂ ਵਿੱਚ ਲੱਗੇ ਹੋਏ। ਜਿਹੜੇ ਬੰਦੇ ਘਰ ਕੱਚਾ ਪੱਕਾ ਮਹਿਲ ਅਟਾਰੀ ਬਣਾਉਣ ਵਿੱਚ ਲੱਗੇ, ਮਹਾਰਾਜ ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿਣ ਲੱਗੇ ਉਹ ਮੂਰਖ ਨੇ। ਲੱਗ ਪਰੇ ਗਵਾਰੀ, ਲੱਗ ਪਏ ਗਾਵਾਰੀ, ਜਿਹੜੇ ਗਾਵਾਰੀ ਮੂਰਖ ਨੇ ਉਹ ਇਹਨਾਂ ਘਰਾਂ ਨੂੰ ਬਣਾਉਣ ਵਿੱਚ ਲੱਗੇ ਹੋਏ ਹਨ। ਜਿਨ ਕੀਏ ਤਿਸੇ ਨਾ ਜਾਣਨੀ, ਜਿਸ ਪ੍ਰਮਾਤਮਾ ਨੇ ਪੈਦਾ ਕੀਤਾ, ਜਨਮ ਦਿੱਤਾ, ਉਹਨੂੰ ਨਹੀਂ ਜਾਣਦੇ। ਘਰ ਬਣਾਉਣ ਦਾ ਬੜਾ ਤਜਰਬਾ, ਵੀ ਕੱਚਾ ਕਿਵੇਂ ਬਣਾਈਦਾ, ਪੱਕਾ ਕਿਵੇਂ ਬਣਾਈਦਾ। ਡੀਲਰ ਬਣ ਗਿਆ ਹੈ, ਇਸੇ ਤਰ੍ਹਾਂ ਬਿਲਡਰ ਬਣ ਗਿਆ ਹੈ, ਨਕਸ਼ੇ ਬਣਾ ਲੈਂਦਾ, ਸਭ ਕੁਝ ਪਤਾ ਲੱਗ ਗਿਆ ਦੁਨੀਆਦਾਰੀ ਦਾ। ਪਰ ਜਿਹਨੇ ਪੈਦਾ ਕੀਤਾ ਉਹਨੂੰ ਨਹੀਂ ਜਾਣਿਆ ਵੀ ਉਹ ਵੀ ਕੋਈ ਹੈ ਜਿਹਨੇ ਮੈਨੂੰ ਦੁਨੀਆ ਤੇ ਭੇਜਿਆ, ਤਾਂ ਉਸ ਨੂੰ ਮੂਰਖ ਆਖਿਆ ਹੈ। ਜਿਸ ਬੁਝਾਏ ਸੋ ਬੁਝਸੀ, ਮਹਾਰਾਜ ਕਹਿਣ ਲੱਗੇ ਜਿਨ ਕੀਏ ਤਿਸੇ ਨਾ ਜਾਣਈ, ਮਨਮੁਖ ਗੁਬਾਰੀ, ਮਨਮੁਖ ਘੁੱਪ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਜਿਸ ਬੁਝਾਏ ਸੋ ਬੁਝਸੀ, ਜਿਹਨੂੰ ਪ੍ਰਮਾਤਮਾ ਆਪਣੀ ਬੁਝਾਏ ਕਹੀਏ, ਸਮਝ ਦਿੰਦਾ, ਸੋਝੀ ਦਿੰਦਾ ਹੈ। ਸੱਚਿਆ ਕਿਆ ਜੰਤ ਵਿਚਾਰੀ, ਭਾਈ ਉਹ ਸੱਚੇ ਨੂੰ ਬੁੱਝਦੇ ਨੇ। ਵਿਚਾਰਾ ਜੀਵ ਕੀ ਹੈ, ਬੰਦਾ ਕੁਝ ਨਹੀਂ ਹੈ। ਪਰਮਾਤਮਾ ਨੂੰ ਜਾਣ ਵੀ ਉਹੀ ਸਕਦਾ ਹੈ ਜਿਤੇ ਉਹ ਆਪ ਕਿਰਪਾ ਕਰੇ। ਤੂੰ ਆਪ ਜਾਣਾਏ ਸੋਈ ਜਾਣ ਜਾਣੇ, ਤੂੰ ਆਪ ਜਨਾਵੇਂਗਾ, ਦੱਸੇਂਗਾ, ਪਤਾ ਵੀ ਤਾਂ ਲੱਗਣਾ ਹੈ, ਉਹਦਾ ਨਹੀਂ ਲੱਗਣਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲੋ। ਜਿਨ ਕੀਏ ਤਿਸੇ ਨਾ ਜਾਣਨੀ, ਮਨ ਮੁਖ ਗੁਬਾਰੀ, ਜਿਸ ਬੁਝਾਏ ਸੋ ਬੁਝਸੀ, ਸੱਚਿਆ ਕਿਆ ਜੰਤ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ